ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ਾਮ ਦੀ ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 29 ਨਵੰਬਰ, ਸਮਾਂ ਸ਼ਾਮ ਦੇ 6:30 ਤੱਕ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਿੱਥੇ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜਨਗੇ, ਉੱਥੇ ਸ਼ਿਵਿੰਦਰ ਜੀ ਅਤੇ ਡਾਕਟਰ ਸ਼ਿੰਦਰ ਕੌਰ ਵੀ ਜੁੜਨਗੇ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਗਿਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਵੱਲੋਂ, ਜਿਹੜੀ ਲੋਕਲ ਏਰੀਆ ਜੋਬ ਦੇ ਲਈ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਜਿਹੜੇ ਟਰੱਕਰ ਵੀਰ ਸ਼ੈਟਲ 'ਚ ਰਹਿ ਕੇ ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਨੇ ਅਤੇ ਇਨਕਮ ਵੀ ਪੂਰੀ ਕਮਾਉਣੀ ਚਾਹੁੰਦੇ, ਲੌਂਗ ਹਾਲ ਜਿੰਨੀ ਤਾਂ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। 2020 ਸੀਡਲ ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਦੇ ਵਿੱਚ ਤੁਸੀਂ ਜਾ ਕੇ ਆਪਣੇ ਵਧੀਆ ਸਕੂਲ ਬੱਸ ਡਰਾਈਵਰ ਬਣ ਸਕਦੇ ਹੋ, ਜਾਂ ਫਿਰ ਤੁਸੀਂ CDL B&P ਦੀ ਟ੍ਰੇਨਿੰਗ ਤੋਂ ਇਲਾਵਾ ਕਾਰ, ਬੱਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ, ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ। ਇਹਨਾਂ ਦੇ ਇੰਸਟਰਕਟਰ ਬੜੇ ਪੈਸ਼ਨੇਟ ਨੇ, ਮਲਟੀਲਿੰਗੁਅਲ ਨੇ, ਪੰਜਾਬੀ, ਹਿੰਦੀ, ਅੰਗਰੇਜ਼ੀ, ਸਪੈਨਿਸ਼ ਦੇ ਵਿੱਚ ਤੁਹਾਨੂੰ ਡਰਾਈਵਿੰਗ ਸਿਖਾਉਂਦੇ ਨੇ। ਕੋਈ ਫੀਸ ਦੀ ਤੰਗੀ ਹੈ, ਰਿਹਾਇਸ਼ ਦੀ ਤੰਗੀ ਹੈ ਤਾਂ ਤੁਸੀਂ ਸਨੀ ਨਾਲ ਸੰਪਰਕ ਕਰ ਲਓ 5406560985। ਇਹ ਤੁਹਾਨੂੰ ਸਟੇ ਯਾਨੀ ਕਿ ਰਿਹਾਇਸ਼ ਜਿਹੜੀ ਹੈ ਫਰੀ ਦਿੰਦੇ ਨੇ, ਪਿਕ ਐਂਡ ਡਰੋਪ ਵੀ ਫਰੀ ਦਿੰਦੇ ਨੇ। ਸੋ ਪ੍ਰੋਗਰਾਮ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਕੁਛ ਵਪਾਰਕ ਸੁਨੇਹੇ ਹੋਰ ਲੈ ਲਈਏ ਅਤੇ ਫਿਰ ਜੁੜਦੇ ਹਾਂ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Quick Truck Lube। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-459-2000 या फिर कॉल करो 204-777-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017972354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਵਾਗਤ ਹੈ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਹੁਣ ਜੱਜਾਂ ਨੂੰ ਵੀ ਜਿਹੜੀਆਂ ਉਹ ਨਸੀਹਤਾਂ ਦੇਣੀਆਂ ਸ਼ੁਰੂ ਹੋ ਗਈਆਂ ਨੇ। ਕਿਹਨੇ ਦਿੱਤੀ ਹੈ ਜੀ? ਦੇਖੋ, ਪ੍ਰੋਗਰਾਮ ਸੀ ਸੰਵਿਧਾਨ ਦਿਵਸ ਸਮਾਰੋਹ ਜੀ ਆਯੋਜਿਤ ਕੀਤਾ ਸੀ ਦੇਸ਼ ਦੀ ਸੁਪਰੀਮ ਕੋਰਟ ਨੇ। ਜੀ। ਸੁਪਰੀਮ ਕੋਰਟ ਦੇ ਸਾਰੇ ਲਗਭਗ ਸਾਰੇ ਜੱਜ ਹਾਜ਼ਰ ਸੀ, ਹੂੰ ਵਕੀਲ ਸਾਹਿਬਾਨ ਵੀ ਹਾਜ਼ਰ ਸੀ, ਜੀ। ਔਰ ਮੁੱਖ ਮਹਿਮਾਨ ਵਜੋਂ ਹੂੰ ਦੇਸ਼ ਦੇ ਰਾਸ਼ਟਰਪਤੀ ਸਾਹਿਬ ਰਾਮਨਾਥ ਕੋਵਿੰਦ ਜੀ ਨੂੰ ਬੁਲਾਇਆ ਸੀ। ਜੀ। ਇਹ ਤੋਂ ਪਹਿਲਾਂ ਕਿ ਰਾਮਨਾਥ ਕੋਵਿੰਦ ਜੀ ਨੇ ਕੀ ਕਿਹਾ, ਹੂੰ ਮੈਂ ਸਾਡਾ ਜਿਹੜਾ ਹੈਗਾ ਸਟੇਟ, ਜੀ। ਇਹਦੇ ਅੰਗਾਂ ਬਾਰੇ ਗੱਲ ਕਰਨਾ। ਕਰਨੀ ਚਾਹੀਦੀ ਹੈ ਜੀ। ਸਾਡੇ ਦੱਸਣਾ ਕੋਲ ਹੀ ਜਿਹੜੇ ਬਣਦਾ। ਹੈਗੇ ਆ 4 ਅੰਗ ਹੈ। ਹੂੰ ਇੱਕ ਹੈ ਵਿਧਾਨ ਪਾਲਿਕਾ, ਜੀ। ਜਿਹਨੇ ਕਾਨੂੰਨ ਬਣਾਉਣੇ ਹੁੰਦੇ ਹੈ। ਹੂੰ ਜਿਹੜੇ MLA MP ਹੁੰਦੇ ਹੈ, ਜੀ। ਇਹਨਾਂ ਨੂੰ ਲਾ ਮੇਕਰ ਕਿਹਾ ਜਾਂਦਾ ਹੈ, ਬਿਲਕੁਲ। ਕਾਨੂੰਨ ਬਣਾਉਣ ਵਾਲੇ। ਕਾਨੂੰਨ ਨੂੰ ਲਾਗੂ ਕਰਨਾ ਹੈ ਲੋਕਾਂ ਦੀ ਸੇਵਾ ਦੇ ਵਿੱਚ, ਲੋਕਾਂ ਦੀ ਬਿਹਤਰੀ ਵਾਸਤੇ। ਹੂੰ ਜੇ ਕਾਨੂੰਨ ਦੀ ਕਿਤੇ ਉਲੰਘਣਾ ਹੁੰਦੀ ਹੈ ਜੀ। ਤੇ ਉਹਨਾਂ ਬੰਦਿਆਂ ਨੂੰ ਫਿਰ ਪ੍ਰੋਸੀਕਿਊਟ ਕਰਨਾ ਹੁੰਦਾ, ਉਹਨਾਂ ਤੇ ਮੁਕੱਦਮੇ ਚਲਾਉਣੇ ਹੁੰਦੇ ਹੈ। ਇਹ ਕੰਮ ਹੈ ਕਾਰਜਪਾਲਿਕਾ ਦਾ। ਜੀ। ਕਾਰਜਪਾਲਿਕਾ ਦੇ ਵਿੱਚ ਬਹੁਤ ਕੁਛ ਆ ਜਾਂਦਾ, ਉਹਦੇ ਵਿੱਚ ਪੁਲਿਸ ਵੀ ਆ ਜਾਂਦੀ ਹੈ, ਉਹਦੇ ਵਿੱਚ ਸਿਵਲ ਪ੍ਰਸ਼ਾਸਨ ਵੀ ਆ ਜਾਂਦਾ ਹੈ, ਉਹਦੇ ਵਿੱਚ ਹੈਲਥ ਵਗੈਰਾ ਬੜਾ ਕੁਛ ਆ ਜਾਂਦਾ ਹੈ। ਫਿਰ ਹੈ ਕਿ ਅਦਾਲਤਾਂ ਦਾ ਕੰਮ ਕੀ ਹੈ, ਜਿਹਨੂੰ ਅਸੀਂ ਜੁਡੀਸ਼ਰੀ ਕਹਿ ਦਿੰਦੇ ਹਾਂ। ਤੀਜਾ ਅੰਗ ਹੈ। ਹੂੰ ਪਹਿਲੀ ਗੱਲ ਤਾਂ ਕਿ ਜਿਨ੍ਹਾਂ ਲੋਕਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੁੰਦੀ ਹੈ, ਜੀ। ਉਹਨਾਂ ਲੋਕਾਂ ਨੂੰ ਸਜ਼ਾਵਾਂ ਦੇਣੀਆਂ ਹੁੰਦੀਆਂ। ਬਿਲਕੁਲ। ਫਿਰ ਇਹ ਦੇਖਣਾ ਹੁੰਦਾ ਹੈ ਕਿ ਕਿਤੇ ਕਾਨੂੰਨ ਦੀ ਸਟੇਟ ਵੱਲੋਂ ਦੁਰਵਰਤੋਂ ਤਾਂ ਨਹੀਂ ਕੀਤੀ ਜਾਂਦੀ। ਹੂੰ ਜੇ ਕਿਸੇ ਬੰਦੇ ਦੇ ਵਿਚਾਰ ਨਹੀਂ ਮਿਲਦੇ ਸਰਕਾਰ ਦੇ ਨਾਲ, ਜੀ। ਉਹ ਬੰਦੇ ਨੂੰ ਨਿਸ਼ਾਨਾ ਤਾਂ ਨਹੀਂ ਬਣਾਇਆ ਜਾਂਦਾ। ਹੂੰ ਇਹ ਕੰਮ ਵੀ ਅਦਾਲਤਾਂ ਨੇ ਦੇਖਣਾ, ਜੁਡੀਸ਼ਰੀ ਨੇ ਦੇਖਣਾ, ਤੇ ਜੁਡੀਸ਼ਰੀ ਉਹਦੇ ਤੇ ਫਿਰ ਆਪਣਾ ਫੈਸਲਾ ਦਿੰਦੀ ਹੈ। ਇਹਦੇ ਨਾਲ ਇੱਕ ਹੋਰ ਗੱਲ ਹੈ, ਹੂੰ ਸਾਡਾ ਜਿਹੜਾ ਸਾਰਾ ਦੇਸ਼ ਹੈ, ਜੀ। ਜਿਹੜਾ ਸਾਡਾ ਸਾਰਾ ਸਿਸਟਮ ਹੈ, ਇਹ ਚੱਲਦਾ ਕਾਹਦੇ ਆਸਰੇ ਤੇ? ਇਹ ਤਾਂ ਹੈ ਨਹੀਂ ਕਿ ਇੱਕ ਰਾਜਾ ਹੈ, ਰਾਜਾ। ਹਾਂਜੀ। ਰਾਜੇ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਕਾਨੂੰਨ ਬਣ ਗਏ, ਹੂੰ ਉਹੀ ਕੁਛ ਚੱਲੂਗਾ। ਇਹ 47 ਤੋਂ ਪਹਿਲਾਂ ਹੁੰਦਾ ਸੀ। ਜੀ। ਲੇਕਿਨ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ। ਹੂੰ ਬਹੁਤ ਸਾਰੇ ਲੋਕਾਂ ਦਾ ਬੜਾ ਲੰਬਾ ਸਮਾਂ ਇਸ ਗੱਲ ਤੋਂ ਮੁਨਕਰ ਸੀ ਕਿ ਭਾਰਤ ਆਜ਼ਾਦ ਹੀ ਨਹੀਂ ਹੋਇਆ। ਜੀ। ਮੈਂ ਜਦੋਂ ਹਿਸਟਰੀ ਦੇ ਸਫ਼ਿਆਂ ਨੂੰ ਫਰੋਲਦਾ ਤੇ ਕਈ ਵਾਰੀ ਜਿਹੜੀਆਂ ਅੱਜ ਨੈਸ਼ਨਲ ਲੈਵਲ ਦੀਆਂ ਪਾਰਟੀਆਂ, ਜੀ, ਉਹਨਾਂ ਪਾਰਟੀਆਂ ਦੇ ਲੀਡਰ ਤੇ ਵਰਕਰ ਨਾਅਰੇ ਲਾਉਂਦੇ ਹੁੰਦੇ ਸੀ, ਜੇ ਆਜ਼ਾਦੀ ਝੂਠੀ ਹੈ, ਜੇ ਆਜ਼ਾਦੀ ਝੂਠੀ ਹੈ। ਇਹ ਗੱਲ ਉਹ ਕਹਿੰਦੇ ਹੁੰਦੇ ਸੀ। ਪਰ ਇਹ ਠੀਕ ਹੈ ਕਿ ਜਿਸ ਕਿਸਮ ਦੀ ਸਾਡੀ ਆਜ਼ਾਦੀ ਹੋਣੀ ਚਾਹੀਦੀ ਸੀ, ਉਹ ਆਜ਼ਾਦੀ ਨਹੀਂ। ਜੀ। ਸਾਡੇ ਦੇਸ਼ ਭਗਤਾਂ ਨੇ, ਸਾਡੇ ਸ਼ਹੀਦਾਂ ਨੇ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਜਿਹੋ ਜੀ ਆਜ਼ਾਦੀ ਦੀ ਕਲਪਨਾ ਕੀਤੀ ਸੀ, ਇਹ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈਗੀ। ਲੇਕਿਨ ਇੱਕ ਗੱਲ ਸਾਨੂੰ ਇਹ ਮੰਨਣੀ ਪੈਣੀ ਹੈ ਕਿ ਨਾ ਤਾਂ ਹੁਣ ਇੱਥੇ ਵਿਦੇਸ਼ੀ ਰਾਜ ਹੈ, ਨਾ ਇੱਥੇ ਰਾਜਿਆਂ ਦਾ ਰਾਜ ਹੈ। ਹੁਣ ਘੱਟੋ ਘੱਟ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਹੈਗਾ ਜਨਤੰਤਰ, ਜਿਹਨੂੰ ਅਸੀਂ ਲੋਕਤੰਤਰ ਕਹਿ ਦਿੰਦੇ ਹਾਂ, ਇਹ ਲੋਕਤੰਤਰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ। ਜੇ ਇਹਨੂੰ ਕਹੀਏ ਕਿ ਪੂਰੀ ਤਰ੍ਹਾਂ ਲੋਕਤੰਤਰ ਜਿਹੜਾ ਹੈਗਾ, ਲੋਕਤੰਤਰ ਭਾਵਨਾਵਾਂ ਮੁਤਾਬਕ ਨਹੀਂ। ਇੱਥੇ ਵੀ ਲੋਕਤੰਤਰ ਦੇ ਵਿੱਚ ਪ੍ਰਤੀਨਿਧਤਾ ਲੈਣ ਵਾਸਤੇ ਪੈਸੇ ਦੀ ਖੁੱਲ੍ਹੀ ਦੁਰਵਰਤੋਂ। ਜੀ। ਚੋਣ ਕਮਿਸ਼ਨ ਵੱਲੋਂ ਜਿਹੜਾ ਖਰਚਾ ਫਿਕਸ ਕੀਤਾ ਹੋਇਆ ਕਿ MLA ਵਾਸਤੇ ਇੰਨਾ ਤੇ MP ਵਾਸਤੇ ਇੰਨਾ ਖਰਚਾ ਹੋਣਾ, ਜੀ, ਉਹਦੇ ਨਾਲੋਂ ਬਹੁਤ ਜ਼ਿਆਦਾ ਖਰਚਾ ਹੁੰਦਾ। ਕਰੋੜਾਂ ਰੁਪਏ ਮਤਲਬ ਇੱਕ ਸੀਟ ਤੇ ਲੱਗਦੇ ਆ। ਅੱਜ ਜੇ ਇੱਕ ਵਿਧਾਨ ਸਭਾ ਦੀ ਸੀਟ ਦਾ ਇਲੈਕਸ਼ਨ ਲੜਨਾ ਹੋਵੇ, ਜੀ, ਸੰਜੀਦਗੀ ਦੇ ਨਾਲ ਮੁਕਾਬਲਾ ਕਰਨਾ ਹੋਵੇ ਇੱਕ ਦੂਜੇ ਨਾਲ, ਤਾਂ 10 ਕਰੋੜ ਤੋਂ ਘੱਟ ਕਿਤੇ ਵੀ ਇਹ ਲੜਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਜਿਹੜੀਆਂ ਰਿਜ਼ਰਵ ਸੀਟਾਂ, ਰਿਜ਼ਰਵ ਸੀਟਾਂ ਵਾਸਤੇ ਵੀ ਪਾਰਟੀਆਂ ਵਾਲੇ ਇਹ ਦੇਖਦੇ ਆ ਕਿ ਘੱਟੋ ਘੱਟ ਕੋਈ ਪੈਸੇ ਵਾਲਾ ਬੰਦਾ ਮਿਲੇ। ਇਹ ਚੀਜ਼ਾਂ ਦੇਖੀਆਂ ਜਾਂਦੀਆਂ। ਸੋ ਇਹਦੇ ਵਿੱਚ ਕਮੀਆਂ ਪੇਸ਼ੀਆਂ ਬਹੁਤ ਆ ਸਾਡੇ ਲੋਕਤੰਤਰਕ ਪ੍ਰਣਾਲੀ ਦੇ ਵਿੱਚ। ਜੀ। ਲੇਕਿਨ ਮੰਨਣਾ ਇਹ ਵੀ ਪਊਗਾ ਆਪਾਂ ਨੂੰ ਕਿ ਰਾਜੇ ਹੁਣ ਰਾਣੀਆਂ ਦੇ ਪੇਟੋਂ ਨਹੀਂ ਜਾਂਦੇ। ਜੀ। ਹੁਣ EVM ਮਸ਼ੀਨਾਂ ਚੋਂ ਨਿਕਲਦੇ ਤੇ EVM ਮਸ਼ੀਨਾਂ 'ਚ ਵੀ ਨੁਕਸ ਹੈਗੇ। ਬਸ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ, ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਇੰਨੀ ਤਸੱਲੀ ਹੈ ਕਿ ਅਸੀਂ ਵੋਟ ਪਾ ਲਈਏ। ਇਹ ਸਾਰਾ ਕੁਛ ਜਿਹੜਾ ਤੰਤਰ ਬਣਾਇਆ ਕਿਹਨੇ? ਜੀ। ਇਹ ਬਣਾਇਆ ਸੰਵਿਧਾਨ ਨੇ। ਤੇ ਸੰਵਿਧਾਨ ਜਦੋਂ ਮੁਲਕ ਆਜ਼ਾਦ ਹੋਇਆ, ਉਦੋਂ ਇੱਕ ਸੰਵਿਧਾਨ ਘੜਨੀ ਸਭਾ ਬਣੀ ਸੀ, ਜੀ, ਜਿਹਨੂੰ ਅਸੈਂਬਲੀ ਵੀ ਕਹਿ ਦਿੰਦੇ ਹੈ। ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਹੈਗਾ ਡਾਕਟਰ BR ਅੰਬੇਦਕਰ ਦਾ ਸੀ। ਜੀ। ਉਹਦੇ ਵਿੱਚ ਹੋਰ ਵੀ ਬਹੁਤ ਸਿਆਣੇ ਬੰਦੇ ਸੀ, ਲਗਭਗ ਸਾਰੇ ਹੀ ਹਲਕਿਆਂ ਚੋਂ ਸਿਆਣੇ ਬੰਦੇ ਗਏ ਸੀ। ਉਹਨਾਂ ਨੇ ਜਿਹੜੇ ਆਪਣੇ ਵਿਚਾਰ ਪ੍ਰਗਟ ਕੀਤੇ ਹੋਏ, ਸੰਵਿਧਾਨ ਹੈ ਸਾਡਾ। ਜੀ। ਤੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ, ਜਿਹਨੂੰ ਅਸੀਂ ਮੁੱਖਬੰਦ ਕਹਿ ਦਿੰਦੇ ਹਾਂ, ਉਹਦੇ ਵਿੱਚ ਲਿਖਿਆ ਕਿ ਅਸੀਂ ਭਾਰਤ ਦੇ ਲੋਕਾਂ ਸੰਵਿਧਾਨ ਬਣਾ ਰਹੇ ਤੇ ਇਹਦੇ ਮੁਤਾਬਕ ਚੱਲਾਂਗੇ। ਭਾਰਤ ਦੇ ਲੋਕਾਂ ਵੱਲੋਂ ਜੀ। ਕੀ
ਭਾਰਤ ਦੇ ਸੰਵਿਧਾਨ ਦੀ ਕਿਤੇ ਉਲੰਘਣਾ ਤਾਂ ਨਹੀਂ ਹੋ ਰਹੀ, ਉਹਦੀਆਂ ਜਿਹੜੀਆਂ ਮੂਲ ਭਾਵਨਾਵਾਂ ਉਹਦੀ ਉਲੰਘਣਾ ਤਾਂ ਨਹੀਂ ਹੋ ਰਹੀ ਜੀ। ਇਹ ਕੰਮ ਦੇਖਣਾ ਵੀ ਅਦਾਲਤਾਂ ਦਾ ਹੈ। ਹੁਣ ਆਪਾਂ ਆ ਜਾਈਏ ਅਗਲੇ ਪਾਸੇ ਕਿ ਕੀ ਤਿੰਨੇ ਅੰਗ ਕੰਮ ਠੀਕ ਕਰਦੇ ਆ ਜੀ। ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਇਹਦੀ ਜਿਹੜੀ ਨਿਰਪੱਖ ਜਾਂਚ ਪੜਤਾਲ ਹੈ ਉਹਦੇ ਵਾਸਤੇ ਇੰਡੀਪੈਂਡੈਂਟ ਮੀਡੀਆ ਜੀ। ਲੇਕਿਨ ਅੱਜ ਸਾਡੇ ਮੀਡੀਆ ਦੇ ਉੱਤੇ ਵੀ ਦੋ ਕਿਸਮ ਦਾ ਮੀਡੀਆ ਹੋ ਗਿਆ। ਇੱਕ ਮੀਡੀਆ ਨੂੰ ਲੋਕ ਕਈ ਕਹਿੰਦੇ ਜੀ ਗੋਦੀ ਮੀਡੀਆ, ਲੇਕਿਨ ਮੈਂ ਉਹਨੂੰ ਕਹਿੰਦਾ ਗੁਲਾਮ ਮੀਡੀਆ। ਇੱਕ ਮੀਡੀਆ ਉਹ ਹੈ ਜਿਹੜਾ ਲੋਕਾਂ ਦੀ ਗੱਲ ਕਰਦਾ, ਲੋਕਾਂ ਦੀ ਪ੍ਰਤੀਨਿਧ ਕਰਦਾ, ਲੋਕਾਂ ਦੀ ਨੁਮਾਇੰਦਗੀ ਕਰਦਾ, ਪਰ ਉਹਦਾ ਗਲ ਘੁੱਟਿਆ ਜਾਂਦਾ ਸਰਕਾਰਾਂ ਵਾਲੇ ਪਾਸਿਓਂ। ਬਈ ਇਸ ਕਿਸਮ ਦਾ ਗੱਲ ਹੈ। ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਇਹ ਹੈ। ਹੁਣ ਇਹ ਸਾਡੇ ਜਦੋਂ ਰਾਸ਼ਟਰਪਤੀ ਸਾਹਿਬ ਆਏ ਜੀ ਤੇ ਰਾਸ਼ਟਰਪਤੀ ਸਾਹਿਬ ਨੇ ਉੱਥੇ ਕਿਹਾ ਕਿ ਜਦੋਂ ਅਦਾਲਤਾਂ ਦੇ ਜੱਜ ਸਾਹਿਬਾਨ ਆਪਣੀਆਂ ਅਦਾਲਤਾਂ ਦੇ ਵਿੱਚ ਕਿਸੇ ਕੇਸ ਦੀ ਸੁਣਵਾਈ ਕਰਦੇ ਹੈ ਜੀ ਤੇ ਸੁਣਵਾਈ ਕਰਨ ਵੇਲੇ ਉਹਨਾਂ ਨੂੰ ਆਪਣੀ ਗੱਲ ਕਹਿੰਦੇ ਆ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਜੀ। ਇਹਦਾ ਮਤਲਬ ਇਹ ਹੈ ਕਿ ਸਾਡੇ ਜੱਜ ਸਾਹਿਬਾਨ ਹੈ ਜਿਹੜੇ ਸਿਆਣਪ ਤੋਂ ਕੰਮ ਨਹੀਂ ਲੈ ਰਹੇ ਹੋਣੇ। ਮੇਰਾ ਖਿਆਲ ਜੁਡੀਸ਼ਰੀ ਤੇ ਬੜੇ ਵਾਰੀ ਸਵਾਲ ਉੱਠੇ। ਤੁਸੀਂ ਯਾਦ ਕਰੋ ਇੱਕ ਟਾਈਮ ਉਹ ਆਇਆ ਸੀ ਜਦੋਂ ਚੀਫ ਜਸਟਿਸ ਤੋਂ ਬਾਅਦ ਭਾਰਤ ਦੇ ਜਿਹੜੇ 4 ਸੀਨੀਅਰ ਮੋਸਟ ਜੱਜ ਸੀ ਜੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੀ ਜੁਡੀਸ਼ਰੀ ਪ੍ਰਭਾਵਿਤ ਹੋ ਰਹੀ ਹੈ ਜੀ। ਔਰ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਦੇ ਵਿੱਚ ਜਸਟਿਸ ਰੰਜਨ ਗੋਗੋਈ ਵੀ ਸੀ ਜਿਹੜੇ ਬਾਅਦ ਵਿੱਚ ਭਾਰਤ ਦੇ ਚੀਫ ਜਸਟਿਸ ਬਣੇ ਜੀ। ਔਰ ਇਹ ਗੱਲਾਂ ਵੀ ਹੁਣ ਸਾਹਮਣੇ ਆ ਗਈਆਂ ਕਿ ਪੈਗਾਸਸ ਜਸੂਸੀ ਸਿਸਟਮ ਦੇ ਜ਼ਰੀਏ ਜੀ ਜਿਸ ਬੀਬੀ ਨੇ ਇਹ ਇਲਜ਼ਾਮ ਲਾਇਆ ਸੀ ਕਿ ਜਸਟਿਸ ਗੋਗੋਈ ਨੇ ਉਹਨਾਂ ਨਾਲ ਜਿਨਸੀ ਛੇੜਛਾੜ ਕੀਤੀ ਹੈ, ਉਹਦੀ ਜਸੂਸੀ ਹੁੰਦੀ ਰਹੀ ਤੇ ਉਸ ਜਸੂਸੀ ਦੇ ਨਾਲ ਫਿਰ ਸਟੇਟ ਨੇ ਸ਼ਿਕੰਜੇ 'ਚ ਲਿਆ ਜੀ। ਔਰ ਇਹ ਕਿਹਾ ਜਾਂਦਾ ਕਿ ਫਿਰ 2 ਫੈਸਲੇ ਬੜੇ ਅਹਿਮ। ਇੱਕ ਫੈਸਲਾ ਜਿਹੜਾ ਆਪਣੇ ਰਾਫੇਲ ਜਹਾਜ਼ਾਂ ਵਾਲਾ ਜੀ, ਉਹਦੇ ਵਿੱਚ ਡਿਮਾਂਡ ਕੀਤੀ ਸੀ ਕਿ ਇਹਦੀ ਪੜਤਾਲ ਕਰਵਾਈ ਜਾਵੇ CBI ਤੋਂ। ਉਹ ਐਪਲੀਕੇਸ਼ਨ ਜਿਹੜੀ ਡਿਸਮਿਸ ਕਰਤੀ। ਤੇ ਦੂਜੀ ਜਿਹੜੀ ਹੈਗੀ ਹੈ ਐਪਲੀਕੇਸ਼ਨ ਜਿਹੜੀ ਸੀਗੀ ਜਾਂ ਜਿਹੜਾ ਮੁਕੱਦਮਾ ਸੀ ਉਹ ਸੀ ਬਾਬਰੀ ਮਸਜਿਦ ਤੇ ਰਾਮ ਮੰਦਿਰ ਨਾਲ ਸੰਬੰਧਿਤ। ਸਾਰੀ ਜੱਜਮੈਂਟ ਪੜ੍ਹ ਲਓ। ਜੱਜਮੈਂਟ ਦੇ ਵਿੱਚੋਂ ਜਿਹੜੀ ਜੱਜਮੈਂਟ ਦੀ ਇਬਾਰਤ ਆ ਉਹ ਇਉਂ ਲੱਗਦੀ ਹੈ ਕਿ ਜੀ ਧੱਕਾ ਹੋਇਆ ਹੈ ਮੁਸਲਿਮ ਭਾਈਚਾਰੇ ਨਾਲ, ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ, ਲੇਕਿਨ ਅੰਤ ਵਿੱਚ ਫੈਸਲਾ ਜਿਹੜਾ ਉਹ ਮੰਦਿਰ ਦੇ ਹੱਕ ਵਿੱਚ। ਹੁਣ ਸਵਾਲ ਇਹ ਕਿ ਉਦੋਂ ਨਹੀਂ ਕੋਈ ਬੋਲਿਆ ਕਿ ਜੁਡੀਸ਼ਰੀ ਨੂੰ ਜੱਜ ਨੂੰ ਜੱਜ ਬਣ ਕੇ ਕੰਮ ਕਰਨਾ ਚਾਹੀਦਾ ਜੀ। ਤੇ ਬਾਅਦ ਦੇ ਵਿੱਚ ਉਸੇ ਜੱਜ ਸਾਹਿਬ ਨੂੰ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਸਾਹਿਬ ਨੂੰ ਜਿਨ੍ਹਾਂ ਦੀ ਜਸੂਸੀ ਕਰਾਈ ਸੀ ਦੇਸ਼ ਦੀ ਰਾਜ ਸਭਾ ਲਈ ਨਾਮਜ਼ਦ ਵੀ ਕਰ ਦਿੱਤਾ ਗਿਆ ਸੀ। ਬਿਲਕੁਲ ਠੀਕ ਹੈ। ਹੁਣ ਜਿਹੜੇ ਸਾਡੇ ਰਾਸ਼ਟਰਪਤੀ ਸਾਹਿਬ ਕਹਿੰਦੇ ਕਿ ਜੱਜਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ, ਕਿਉਂ? ਇਹਦਾ ਕਾਰਨ ਕੀ ਹੈ ਜੀ? ਇਹਦਾ ਕਾਰਨ, ਇਹਦਾ ਜਵਾਬ ਨਾਲ ਦੀ ਨਾਲ ਹੀ ਦੇ ਦਿੱਤਾ ਚੀਫ ਜਸਟਿਸ ਆਫ ਇੰਡੀਆ ਨੇ। ਅੱਛਾ ਜੀ। ਜਸਟਿਸ NV ਰਮਨਾ ਸਾਹਿਬ ਨੇ ਜੀ। ਜਸਟਿਸ ਰਮਨਾ ਸਾਹਿਬ ਨੇ ਵੀ ਕਿਹਾ ਤੇ ਇਹ ਪਹਿਲਾਂ ਓਪਨ ਕੋਰਟ ਦੇ ਵਿੱਚ ਟਿੱਪਣੀਆਂ ਵੀ ਕੀਤੀਆਂ ਸੀ। ਰਮਨਾ ਸਾਹਿਬ ਨੇ ਵੀ ਤੇ ਹੋਰ ਜੱਜਾਂ ਨੇ ਵੀ। ਉਹਨਾਂ ਨੇ ਕਿਹਾ ਕੀ ਸੀ? ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਾਡੇ ਲਾਅ ਮੇਕਰ ਹੈ, ਵਿਧਾਨ ਪਾਲਿਕਾ ਦੇ ਮੈਂਬਰ ਹੈ, ਜਿਹੜੇ ਕਾਨੂੰਨ ਬਣਾਉਣ ਵਾਲੇ ਹੈ, ਕਾਨੂੰਨ ਬਣਾਉਣ ਸਮੇਂ ਉਹਨਾਂ ਦੇ ਜਿਹੜੇ ਸਮਾਜ ਦੇ ਉੱਤੇ ਪ੍ਰਭਾਵ ਪੈਣੇ ਆ ਕਾਨੂੰਨਾਂ ਦੇ, ਉਹਦੇ ਬਾਰੇ ਸੋਚਦੇ ਨਹੀਂ। ਇਹ ਗੱਲ ਉਹਨਾਂ ਨੇ ਕਹੀ ਸੀ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਫੇਰ ਗੱਲ ਕਹਿਤੀ ਜੀ। ਲਓ ਜੀ, ਇਹਦੀ ਅੱਜ ਹੀ ਜਿਹੜੀ ਹੈਗੀ ਹੈ ਪੁਸ਼ਟੀ ਵੀ ਹੋ ਗਈ। ਡਿਟੇਲ ਨਾਲ ਗੱਲ ਸ਼ਾਇਦ ਆਪਾਂ ਨੂੰ ਕੱਲ੍ਹ ਨੂੰ ਕਰਨੀ ਪਵੇ ਜੇ ਸ਼ਿਵਿੰਦਰ ਹੋਰਾਂ ਨੇ ਨਾ ਕੀਤੀ, ਲੇਕਿਨ ਪੁਸ਼ਟੀ ਉਹਦੀ ਇਹ ਹੁੰਦੀ ਹੈ ਕਿ 1 ਸਾਲ ਪਹਿਲਾਂ ਜੀ ਜਿਹੜੇ 3 ਕਾਲੇ ਕਾਨੂੰਨ ਬਣਾਏ ਸੀ, ਉਹਨਾਂ ਕਾਲੇ ਕਾਨੂੰਨਾਂ ਨੂੰ ਦੇਸ਼ ਦੀ ਪਾਰਲੀਮੈਂਟ ਨੇ ਅੱਜ ਪਾਸ ਕਰਤਾ ਕਿ ਜੀ ਇਹ ਵਾਪਸ ਲਏ ਜਾਂਦੇ ਜੀ। ਪ੍ਰਵਾਨਗੀ ਮਿਲਣੀ ਹੈ ਰਾਸ਼ਟਰਪਤੀ ਤੋਂ। ਰਾਸ਼ਟਰਪਤੀ ਮੇਰਾ ਖਿਆਲ ਸ਼ਾਮ ਤੱਕ ਪ੍ਰਵਾਨਗੀ ਦੇ ਦੇਣਗੇ, ਕਿਉਂਕਿ ਕਿਸਾਨਾਂ ਨੇ ਫੈਸਲਾ ਕਰ ਲਿਆ ਸੀ ਸਰਹੱਦਾਂ ਤੋਂ ਉੱਠਾਂਗੇ ਨਹੀਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹ ਪਾਸ ਨਹੀਂ ਹੁੰਦੇ। ਹੁਣ ਗੱਲ ਇਹ ਹੈ ਦਾਨੇਵਾਲੀਆ ਸਾਹਿਬ ਵੀ ਜਦੋਂ ਇਸ ਕਾਨੂੰਨ ਨੂੰ ਕਾਹਲੀ ਨਾਲ ਪਾਸ ਕੀਤਾ ਗਿਆ, ਇਹਦੇ ਪ੍ਰਭਾਵ ਨਹੀਂ ਦੇਖੇ ਕਿ ਇਹਦੇ ਪ੍ਰਭਾਵ ਉਲਟ ਕੀ ਪੈਣਗੇ। ਜੇ ਸੋਚ ਕੇ ਕੀਤਾ ਹੁੰਦਾ ਤਾਂ ਫਿਰ ਸ਼ਾਇਦ ਕਰਦੇ ਹੀ ਨਾ। ਨਹੀਂ, ਜਿਹੜੇ ਪ੍ਰਭਾਵ ਉਲਟ ਪਏ ਹੈ, ਉਲਟ ਪ੍ਰਭਾਵਾਂ ਦੇ ਵਿੱਚੋਂ ਕੋਈ ਕਿੰਨੇ ਲੋਕ ਕਹਿ ਦਿੰਦਾ ਵੀ ਕਿੰਨੇ ਦੀ ਮੌਤ ਹੋ ਗਈ ਹੁਣ ਤੱਕ। ਜਿਹੜੇ ਸਹੀ ਅੰਕੜੇ ਹੈ ਜੀ 684 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਇਸ ਅੰਦੋਲਨ ਦੇ ਵਿੱਚ। 684 ਬੰਦੇ ਜਿਹੜੇ ਮਰੇ ਹੈ ਜੀ, ਉਹਦੀ ਜ਼ਿੰਮੇਵਾਰੀ ਕਿਹਦੇ ਤੇ ਪਾਈ ਜਾਊਗੀ? ਇੱਕ ਬੰਦਾ ਕੋਈ ਖੁਦਕੁਸ਼ੀ ਕਰ ਲੈਂਦਾ ਤੇ ਉਹ 20 ਬੰਦਿਆਂ ਦਾ ਨਾਂ ਲਿਖ ਦਿੰਦਾ ਹੈ, ਜੇਬ 'ਚ ਪਾ ਲੈਂਦਾ ਚਿੱਠੀ ਕਿ ਮੈਂ ਇਹਨਾਂ ਦਾ ਸਤਾਇਆ ਵਾ ਮਰਦਾ। ਸਤਾਇਆ ਭਾਵੇਂ ਨਾ ਹੋਵੇ, ਗੱਲ ਕੁਛ ਹੋਰ ਵੀ ਹੋਵੇ ਜੀ, ਲੇਕਿਨ ਉਹਦੇ ਇਸ ਰੁਕੇ ਨੂੰ ਆਧਾਰ ਬਣਾ ਕੇ ਉਹਨਾਂ 20 ਬੰਦਿਆਂ ਦੇ ਖਿਲਾਫ ਧਾਰਾ 306 ਦਾ ਪਰਚਾ ਦਰਜ ਹੋ ਜਾਂਦਾ ਹੈ ਜੀ ਕਿ ਇਸ ਬੰਦੇ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ। ਜਿਹੜਾ 700 ਦੇ ਕਰੀਬ ਕਿਸਾਨ ਸ਼ਹੀਦ ਹੋ ਗਿਆ ਜੀ,
ਉਸ ਸ਼ਹੀਦ ਹੋਏ ਕਿਸਾਨਾਂ ਦੀ ਜ਼ਿੰਮੇਵਾਰੀ ਕਿਹਦੇ ਤੇ ਫਿਕਰ ਕੀਤੀ ਹੈ। ਔਰ ਅੱਜ ਇੰਟਰਸਟਿੰਗ ਗੱਲ ਇਹ ਹੈ ਜੀ ਕਿ ਵਿਰੋਧੀ ਧਿਰ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਪੁੱਛਣਾ ਚਾਹੁੰਦੀ ਸੀ। ਉਹ ਕਹਿੰਦੀ ਸੀ ਕਿ ਇਹਦੇ ਤੇ ਪਾਰਲੀਮੈਂਟ ਦੇ ਵਿੱਚ ਬਹਿਸ ਹੋਵੇ ਜੀ ਤੇ ਵਿਸਥਾਰ ਨਾਲ ਬਹਿਸ ਹੋਵੇ, ਲੇਕਿਨ ਸਰਕਾਰ ਨੇ ਬਹਿਸ ਕਰਾਉਣ ਨੂੰ ਮੁਨਾਸਬ ਨਹੀਂ ਸਮਝੀ। ਬਹੁਤ ਸੰਮਤੀ ਦੇ ਆਧਾਰ ਦੇ ਉੱਤੇ ਜੀ ਬਸ ਇਹ ਕਹਿੰਦਾ ਜੀ ਕਾਨੂੰਨ ਪਾਸ ਹੈ ਤੇ ਕਾਨੂੰਨ ਪਾਸ ਹੈ, ਕਾਲੇ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਂਦੇ। ਸੋ ਜਸਟਿਸ ਰਮਨਾ ਸਾਹਿਬ ਨੇ ਨਾਲ ਦੀ ਨਾਲ ਇਹਦਾ ਜਵਾਬ ਦੇ ਦਿੱਤਾ ਸੀ ਕਿ ਸਮਾਜ ਉੱਤੇ ਪ੍ਰਭਾਵ ਕੀ ਪੈਂਦਾ ਹੈ ਜਿਹੜੇ ਕਾਨੂੰਨਦਾਨ ਬਣਾਉਂਦੇ ਹੈ, ਉਹਨਾਂ ਨੂੰ ਸੋਚਣਾ ਚਾਹੀਦਾ। ਜਦੋਂ ਉਹ ਸੋਚਦੇ ਨਹੀਂ ਬੁਰੇ ਪ੍ਰਭਾਵ ਪੈਂਦੇ ਤੇ ਫਿਰ ਜੁਡੀਸ਼ਰੀ ਬੋਲੂਗੀ ਕਿਉਂ ਨਹੀਂ ਜੀ। ਫਿਰ ਜੁਡੀਸ਼ਰੀ ਤਾਂ ਕਹੂਗੀ ਕਿ ਤੁਸੀਂ ਗਲਤ ਕਰਦੇ ਹੋ। ਇਹ ਵੀ ਜਸਟਿਸ ਰਮਨਾ ਸਾਹਿਬ ਨੇ, ਜਾਂ ਸਾਡੀ ਦੇਸ਼ ਦੀ ਸੁਪਰੀਮ ਕੋਰਟ ਨੇ ਕਿਹਾ ਸੀ, ਕੋਈ ਜ਼ਮਾਨਾ ਸੀ ਜਦੋਂ ਪਾਰਲੀਮੈਂਟ ਦੀਆਂ ਬਹਿਸਾਂ ਹੁੰਦੀਆਂ ਸੀ ਜੀ, ਉਹਨਾਂ ਬਹਿਸਾਂ ਨੂੰ ਵੱਲ ਟਿਕਟਕੀ ਲਾ ਕੇ ਜੱਜ ਵੀ ਬਹਿੰਦੇ ਹੁੰਦੇ ਸੀ। ਉਦੋਂ ਪਾਰਲੀਮੈਂਟ ਦੇ ਵਿੱਚ ਵਕੀਲਾਂ ਦੀ ਵੀ ਗਿਣਤੀ ਕਾਫੀ ਹੁੰਦੀ ਸੀ ਜੀ। ਜੇ ਅਸੀਂ ਆਪਣੇ ਵਕੀਲਾਂ ਦੀ ਗੱਲ ਕਰੀਏ, ਮਹਾਤਮਾ ਗਾਂਧੀ ਤੋਂ ਲੈ ਕੇ ਪੰਡਿਤ ਨਹਿਰੂ ਵਰਗੇ ਬੰਦੇ ਜਿਹੜੇ ਪੁਰਾਣੇ ਫਰੀडम ਫਾਈਟਰ ਸੀ, ਮੁੱਢਲੇ ਪੜਾਅ ਦੇ ਫਰੀडम ਫਾਈਟਰ ਸੀ, ਇਹ ਸਾਰੇ ਦੇ ਸਾਰੇ ਵਕੀਲ ਸੀਗੇ ਜੀ। ਕੋਈ ਵਾਰ ਐਟਲਾਸ ਸੀ, ਕੋਈ ਕੁਛ ਸੀ, ਕੋਈ ਕਿਸੇ ਸੀ, ਬਾਹਰੋਂ ਪੜ੍ਹ ਕੇ ਆਏ ਸੀ। ਇਹ ਜਦੋਂ ਬੋਲਦੇ ਹੁੰਦੇ ਸੀ ਤੇ ਕਾਨੂੰਨਾਂ ਬਾਰੇ ਗੱਲ ਕਰਦੇ ਹੁੰਦੇ ਸੀ, ਜਿਹੜੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਭਾਸ਼ਣ ਹੁੰਦੇ ਸੀ, ਉਹ ਭਾਸ਼ਣ ਐਜੂਕੇਟਿਵ ਹੁੰਦੇ ਸੀ ਜੀ। ਔਰ ਜੱਜ ਸਾਹਿਬਾਨ ਆਪਣੇ ਫੈਸਲਿਆਂ ਵੇਲੇ ਉਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ। ਇਹ ਉਹਨਾਂ ਨੇ ਇਹ ਵੀ ਟਿੱਪਣੀਆਂ ਕੀਤੀਆਂ ਸਾਡੇ ਕਿ ਹੁਣ ਸਾਡੇ ਕਿਹੋ ਜਿਹੇ ਆ ਜੀ ਕਾਨੂੰਨ ਬਣਾਉਣ ਵਾਲੇ, ਕਾਨੂੰਨ ਸਾਜ਼ ਕਿਹੋ ਜਿਹੇ ਆ ਗਏ ਵੀ ਉਹ ਸੋਚਦੇ ਕੁਛ ਨਹੀਂ, ਉਹਨਾਂ ਦੇ ਕੋਲੇ ਵਿਦਵਤਾ ਦੀ ਘਾਟ ਹੈ ਜੀ। ਵਿਦਵਤਾ ਦੀ ਘਾਟ ਦੀ ਵਜ੍ਹਾ ਕਾਰਨ ਜੇ ਆਪਾਂ ਇਹ ਦੇਖੀਏ ਬਥੇਰਾ ਕੁਝ ਸੁਪਰੀਮ ਕੋਰਟ ਹੈ ਕਿ ਸਾਡੀ ਪਾਰਲੀਮੈਂਟ ਦੇ ਵਿੱਚ, ਸਾਡੀਆਂ ਅਸੈਂਬਲੀਆਂ ਦੇ ਵਿੱਚ ਅਪਰਾਧਿਕ ਬਿਰਤੀ ਵਾਲੇ ਕਿੰਨੇ ਲੋਕ ਬੈਠੇ ਜੀ, ਜਿਨ੍ਹਾਂ ਦੇ ਖਿਲਾਫ FIR ਦਰਜ ਹੈ, ਜਿਨ੍ਹਾਂ ਦੇ ਖਿਲਾਫ ਬਲਾਤਕਾਰਾਂ ਤੋਂ ਲੈ ਕੇ ਕਤਲਾਂ ਤੱਕ ਦੇ ਮੁਕੱਦਮੇ ਦਰਜ ਹੈ, ਉਹ ਵੀ ਉਹਨਾਂ ਨੂੰ ਸਜ਼ਾਵਾਂ ਨਹੀਂ ਹੋਈਆਂ। ਸੁਪਰੀਮ ਕੋਰਟ ਨੇ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਤੋਂ ਛੁਟਕਾਰਾ ਹਾਸਲ ਕੀਤਾ ਜਾਵੇ ਜੀ। ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਪਾਰਲੀਮੈਂਟ ਨੂੰ ਅਪਰਾਧੀਆਂ ਤੋਂ ਮੁਕਤ ਕਰਵਾਉਣਾ ਹੈ ਜੀ। ਤੇ ਫਿਰ ਸਪੈਸ਼ਲ ਅਦਾਲਤਾਂ ਵੀ ਬਣਾਈਆਂ ਗਈਆਂ MLA ਤੇ MP ਵਾਸਤੇ। ਪਰ ਜਿਹਦੇ ਕੋਲ ਪੈਸਾ ਹੁੰਦਾ ਹੈ, ਜਿਹਦੇ ਕੋਲ ਅਪਰੋਚ ਹੁੰਦੀ ਹੈ, ਉਹ ਮਾਮਲੇ ਨੂੰ ਲਮਕਾ ਕੇ ਲੈਂਦਾ ਹੈ। ਉਹਨਾਂ ਦੀ ਉਮਰ ਪੂਰੀ ਹੋ ਜਾਂਦੀ ਹੈ ਲੇਕਿਨ ਮਾਮਲਾ ਮੁੱਕਦਾ ਨਹੀਂ, ਉਹ MLA ਤੇ MP ਬਣਦੇ ਤੁਰੇ ਜਾਂਦੇ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਮੀਆਂ ਪੇਸ਼ੀਆਂ ਇਹਨਾਂ ਵੱਲ ਪਹਿਲਾਂ ਕਦੇ ਕਿਸੇ ਨੇ ਕਿਉਂ ਨਹੀਂ ਧਿਆਨ ਦਿੱਤਾ। ਮੇਰੀ ਸਮਝ ਹੈ ਕਿ ਸੰਵਿਧਾਨ ਦੀ ਮੂਲ ਭਾਵਨਾ ਜਿਹੜੀ ਹੈਗੀ ਹੈ, ਸੰਵਿਧਾਨ ਦੀ ਕਸਟੋਡੀਅਨ ਜਿਹੜੀ ਆ ਉਹ ਜੁਡੀਸ਼ਰੀ ਹੈ। ਜੀ। ਸੰਵਿਧਾਨ ਦੀ ਠੀਕ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਵਰਤੋਂ ਹੋਵੇ, ਉਹਦੀ ਉਲੰਘਣਾ ਨਾ ਹੋਵੇ, ਉਹਦੇ ਤੇ ਅਮਲ ਹੋਵੇ। ਸੰਵਿਧਾਨ ਦੀ ਜਿਹੜੀ ਮੂਲ ਭਾਵਨਾ ਉਹਦੇ ਮੁਤਾਬਕ ਤੇ ਮੂਲ ਭਾਵਨਾਵਾਂ ਦੀ ਨਜ਼ਰਅੰਦਾਜ਼ਗੀ ਨਾ ਹੋਵੇ। ਇਹ ਕੰਮ ਜੁਡੀਸ਼ਰੀ ਦਾ ਹੈ ਤੇ ਜੇ ਜੁਡੀਸ਼ਰੀ ਦੇ ਉੱਤੇ ਇਹ ਬੈਨ ਲੱਗਦਾ ਹੈ ਜੀ, ਮੇਰਾ ਖਿਆਲ ਹੈ ਕੋਵਿੰਦ ਸਾਹਿਬ ਵੀ ਵਕੀਲ ਹੈ, ਪਰ ਵਕੀਲ ਹੋਣ ਦਾ ਮਤਲਬ ਇਹ ਨਹੀਂ ਕਿ ਕੋਵਿੰਦ ਸਾਹਿਬ ਜਿਹੜੀ ਗੱਲ ਕਹਿ ਦੇਣਗੇ ਉਹ ਠੀਕ ਕਹਿੰਦੇ। ਸਾਡੇ ਜਿਹੜੇ ਰਾਸ਼ਟਰਪਤੀ ਸਾਹਿਬ ਹੈ ਜੀ, ਬਹੁਤੇ ਹੁਣ ਅੱਗੇ ਸਵਾਲ ਇਹ ਹੁੰਦਾ ਹੈ, ਖੜਾ ਹੁੰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਬੜਾ ਕੁਛ ਆਇਆ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਵੀ ਕੁਝ ਲੋਕਾਂ ਨੇ ਕਿੰਤੂ ਪਰੰਤੂ ਕੀਤਾ ਸੀ ਕਿ ਜਦੋਂ ਜਥੇਦਾਰ ਸਾਹਿਬ ਬੋਲਦੇ ਹੈ, ਇਹ ਆਪ ਬੋਲਦੇ ਹੈ ਕਿ ਇਹਨਾਂ ਨੂੰ ਕੋਈ ਬੁਲਾਉਂਦਾ ਹੈ। ਇਹ ਬਿਲਕੁਲ ਇਹੀ ਸਥਿਤੀ ਜਿਹੜੀ ਹੈਗੀ ਹੈ ਸਾਡੇ ਦੇਸ਼ ਦੇ ਰਾਸ਼ਟਰਪਤੀ ਦੀ ਹੈ ਜੀ। ਰਾਸ਼ਟਰਪਤੀ ਸਾਹਿਬ ਨੇ ਜਿਹੜੇ ਸ਼ਬਦ ਕਹੇ ਹੈ, ਕੀ ਉਹਨਾਂ ਨੇ ਆਪਣੇ ਮਨੋਂ ਕਹੇ ਹੈ ਜਾਂ ਉਹਨਾਂ ਨੇ ਸਰਕਾਰ ਦੀ ਜਿਹੜੀ ਰਾਏ ਹੈ ਉਹਦਾ ਪ੍ਰਗਟਾਵਾ ਕੀਤਾ ਆਪਣੀ ਜ਼ੁਬਾਨ ਰਾਹੀਂ? ਇਹ ਇੱਕ ਵਿਚਾਰਨ ਵਾਲਾ ਵਿਸ਼ਾ ਹੈ ਜੀ। ਤੇ ਇਹ ਤਾਂ ਹੋਈ ਜੀ ਤਾਕਤ। ਆਪਾਂ ਗੱਲ ਕਰ ਲਈ ਸਾਡੇ ਰਾਸ਼ਟਰਪਤੀ ਸਾਹਿਬ ਦੇ, ਉਹਨਾਂ ਕੋਲੇ ਹੱਕ ਅਧਿਕਾਰ ਨੇ, ਕਹਿ ਸਕਦੇ ਨੇ। ਡੇਰਾ ਸਿਰਸਾ ਵੀ ਹੁਣ ਕਹਿੰਦਾ ਆਪਣੀ ਤਾਕਤਾਂ ਦਿਖਾਉਣੀਆਂ ਉਹਨੇ ਸ਼ੁਰੂ ਕਰ ਦਿੱਤੀਆਂ ਵੀ ਅਸੀਂ ਹੈਗੇ ਹਾਂ ਕੁਛ। ਦੇਖੋ ਗੱਲ ਇਹ ਹੈ ਕਿ ਜਦੋਂ ਡੇਰੇ ਸੱਚੇ ਸੌਦੇ ਦੀ ਆਪਾਂ ਗੱਲ ਕਰਦੇ ਹਾਂ, ਮੇਰਾ ਖਿਆਲ ਹੈ ਵੀ ਸਾਡੇ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਡੇਰਾ ਹੈ ਜਿਹੜੇ ਡੇਰੇ ਨੇ ਸਿਆਸੀ ਸਰਗਰਮੀਆਂ 'ਚ ਭਾਗ ਲੈਣ ਵਾਸਤੇ ਕਿਸੇ ਕਿਸਮ ਦਾ ਕੋਈ ਪਰਦਾ ਨਹੀਂ ਰੱਖਿਆ। ਇਹ ਜੇ ਇਸ ਡੇਰੇ ਦੀ ਆਪਾਂ ਗੱਲ ਕਰੀਏ, ਡੇਰਾ ਸਰਸੇ ਵਾਲਾ ਜੀ, ਇਹਦਾ ਜਿਹੜਾ ਬਾਨੀ ਸੀ ਉਹਨੂੰ ਸ਼ਾਹ ਮਸਤਾਨਾ ਕਹਿੰਦੇ ਹੁੰਦੇ, ਨਾ ਪਤਾ ਨਹੀਂ ਕੀ ਸੀ। ਇਹ ਕਹਿੰਦੇ ਉਹ ਅਫਗਾਨਿਸਤਾਨ ਦੇ ਕੋਈ ਸੰਤ ਸੀਗੇ, ਕੋਈ ਫਕੀਰ ਸੀ। ਇੱਧਰ ਆ ਗਏ, ਪਹਿਲਾਂ ਡੇਰਾ ਬਿਆਸ ਵਾਲਿਆਂ ਨਾਲ ਉਹਨਾਂ ਦਾ ਕੋਈ ਸੀ ਸੰਬੰਧ, ਉਸ ਤੋਂ ਬਾਅਦ ਇੱਧਰਲੇ ਪਾਸੇ ਨੂੰ ਆ ਗਏ, ਜਗਮਾਲ ਵਾਲੀ ਆ ਗਏ ਤੇ ਇੱਥੇ ਆ ਕੇ ਉਹਨਾਂ ਨੇ ਆਪਣੀ ਜੋ ਭਜਨ ਬੰਦਗੀ ਜਿਹੜੀ ਕੀਤੀ ਕਰਾਈ ਤੇ ਇੱਥੇ ਡੇਰਾ ਸਥਾਪਿਤ ਹੋ ਗਿਆ। ਡੇਰੇ ਦੀ ਮਹਿਮਾ ਵੱਧਦੀ ਗਈ, ਲੋਕ ਜੁੜਦੇ ਗਏ, ਜਿਵੇਂ ਜਿਵੇਂ ਲੋਕ ਜੁੜਦੇ ਜਾਂਦੇ ਫਿਰ ਮਹਿਮਾ ਹੋਰ ਵੱਧਦੀ ਜਾਂਦੀ। ਬਿਲਕੁਲ। ਉਸ ਤੋਂ ਬਾਅਦ ਜਦੋਂ ਉਹ ਇਸ ਦੁਨੀਆ 'ਚ ਨਾ ਰਹੇ ਤੇ ਉਹਨਾਂ ਤੋਂ ਬਾਅਦ ਇੱਕ ਹੋਰ ਸਤਨਾਮ ਸਿੰਘ ਹੁੰਦੇ ਸੀ, ਹਾਂਜੀ, ਉਹ ਮੁਖੀ ਬਣ ਗਏ ਤੇ ਉਹਨਾਂ ਨੂੰ ਸ਼ਾਹ ਸਤਨਾਮ ਜੀ ਕਿਹਾ ਜਾਂਦਾ ਸੀ। ਸ਼ਾਹ ਮਸਤਾਨਾ ਜੀ ਤੇ ਸ਼ਾਹ ਸਤਨਾਮ ਜੀ। ਸ਼ਾਹ ਸਤਨਾਮ ਹੋਰਾਂ ਦਾ ਜਿਹੜਾ ਪਿਛੋਕੜ ਵੀ ਹੈ, ਕਹਿੰਦੇ ਉਹਦੇ ਤੇ ਵੀ ਕੁਛ ਕਿੰਤੂ ਪਰੰਤੂ ਹੁੰਦਾ ਸੀ।
ਲੇਕਿਨ ਜਦੋਂ ਉਹਨਾਂ ਨੇ ਸੰਤਗਿਰੀ ਧਾਰਨ ਕਰ ਲਈ, ਉਹ ਡੇਰੇ 'ਚ ਆ ਗਏ, ਅਤੇ ਉਹ ਤੋਂ ਬਾਅਦ ਉਹਨਾਂ ਨੇ ਆਪਣੀ ਉਹਨੂੰ ਉਸੇ ਭਾਵਨਾ ਨਾਲ ਚਲਾਇਆ। ਫਿਰ ਇੱਕ ਦੌਰ ਉਹ ਸੀ ਜਿਹੜਾ ਜਿਹਨੂੰ ਅਸੀਂ ਖਾੜਕੂਬਾਦ ਦਾ ਦੌਰ ਕਹਿ ਦਈਏ ਜਾਂ ਜਿਹਨੂੰ ਕਾਲਾ ਦੌਰ ਕਹਿ ਦਈਏ ਜੀ। ਉਸ ਦੌਰ ਦੇ ਵਿੱਚ ਅਚਨਚੇਤ ਗੁਰਮੀਤ ਸਿੰਘ ਨਾਂ ਦਾ ਇੱਕ ਸ਼ਖਸ, ਜੀ, ਉਹਦਾ ਐਲਾਨ ਹੋ ਜਾਂਦਾ ਹੈ ਔਰ ਸ਼ਾਹ ਸਤਨਾਮ ਐਲਾਨ ਕਰਦੇ ਆ ਕਿ ਜੀ ਸਾਡੇ ਅਗਲੇ ਵਾਰਸ ਉਹ ਹੋਣਗੇ। ਉਦੋਂ ਉਮਰ ਕਿੰਨੀ ਸੀ ਉਹਨਾਂ ਦੀ? ਗਬਰੇਟ, ਪੂਰਾ ਗੱਭਰੂ, ਇੱਕ ਗੱਭਰੂ 66 ਦਾ ਜੰਮਿਆ ਜੀ, ਤੇ ਹਿਸਾਬ ਲਾ ਲਓ। ਹਾਂ, ਇੱਕ ਗੱਭਰੂ ਬੰਦਾ ਜਿਹੜਾ 22-23 ਸਾਲ ਦੀ 92-93 ਦੀ 90 ਦੇ ਦੌਰ ਦੀ 90 ਦੌਰ ਚ ਲਾ ਲਓ। ਉਸ ਦੌਰ ਦੇ ਵਿੱਚ ਉਹ ਬੰਦਾ ਮਤਲਬ ਜਿਹੜਾ ਹੈਗਾ ਬਣ ਜਾਂਦਾ ਹੈ ਡੇਰੇ ਦਾ ਮੁਖੀ, ਔਰ ਉਹ ਡੇਰੇ ਦਾ ਮੁਖੀ ਬਣ ਕੇ ਡੇਰੇ ਦੇ ਉੱਤੇ ਆਪਣਾ ਕੰਟਰੋਲ ਕਰ ਲੈਂਦੇ। ਇਕੱਲਾ ਕੰਟਰੋਲ ਨਹੀਂ ਕਰਦਾ, ਫਿਰ ਇਸ ਡੇਰੇ ਦੀਆਂ ਸਰਗਰਮੀਆਂ ਜਿਹੜੀਆਂ ਕਈ ਕਿਸਮ ਦੀਆਂ ਹੋ ਜਾਂਦੀਆਂ। ਬਹੁਤ ਤਰ੍ਹਾਂ ਦੀ। ਇਹ ਡੇਰਾ ਬਿਜ਼ਨਸ ਵਾਲੇ ਪਾਸੇ ਨੂੰ ਤੁਰ ਪਿਆ। ਉੱਥੇ ਜਿਹੜੀ ਹੈਗੀ ਹੈ ਖੇਤੀਬਾੜੀ ਵੀ ਹੋਣ ਲੱਗ ਪਈ। ਪਹਿਲਾਂ ਛੋਟਾ ਸੀ, ਫਿਰ ਜਦੋਂ ਸਾਧ ਸੰਗਤ ਇਕੱਠੀ ਹੁੰਦੀ ਸੀ, ਸਾਧ ਸੰਗਤ ਆਲੇ ਦੁਆਲੇ ਆਪਣਾ ਕਾਲ ਆਫ ਨੇਚਰ ਦੇ ਹਿਸਾਬ ਦੇ ਨਾਲ ਆਉਂਦੇ ਜਾਂਦੇ, ਫਸਲਾਂ ਦਾ ਉਜਾੜਾ ਹੁੰਦਾ। ਅਖੀਰ ਕੀ ਹੋਇਆ ਕਿ ਫਸਲਾਂ ਦੇ ਜਿਹੜੇ ਜ਼ਮੀਨਾਂ ਦੇ ਮਾਲਕ ਲੋਕ ਸੀ, ਉਹਨਾਂ ਨੂੰ ਆਪਣੀਆਂ ਜ਼ਮੀਨਾਂ ਵੇਚਣੀਆਂ ਪਈਆਂ, ਕਿਉਂਕਿ ਨਰਮਾ ਚੁਗਣ ਨਹੀਂ ਜਾਂਦਾ, ਕੋਈ ਕਣਕ ਵੱਢਣ ਨਹੀਂ ਸੀ ਜਾਂਦਾ, ਸਵੇਰੇ ਤਾਂ ਮਲ ਮੂਤਰ ਪਿਆ ਹੁੰਦਾ ਸੀ। ਹਾਂ, ਉਹ ਇਹ ਕਰਦਿਆਂ ਤੇ ਇੱਕ ਵੱਡਾ ਮਤਲਬ ਜਿਹੜਾ ਆਪਾਂ ਕਹਿ ਸਕਦੇ ਕਿ ਬਹੁਤ ਵੱਡਾ ਕਾਰੋਬਾਰ, ਖੇਤੀ ਵਾਲੀ ਜ਼ਮੀਨ ਵੀ ਪੂਰੀ ਹੋ ਗਈ, ਔਰ ਨਾਲ ਫਿਰ ਬਿਜ਼ਨਸ ਵੀ, ਫੈਕਟਰੀਆਂ ਵੀ ਲੱਗ ਗਈਆਂ ਅੰਦਰ, ਹਸਪੀਟਲ ਵੀ ਬਣ ਗਏ, ਸਮਾਜ ਸੇਵਾ ਚਲੋ ਚੰਗੀ ਗੱਲ ਹੈ, ਐਜੂਕੇਸ਼ਨ ਵਾਸਤੇ ਸਕੂਲ ਵਗੈਰਾ ਵੀ ਬਣ ਗਏ। ਇਹ ਸਾਰਾ ਕੁਛ ਚੱਲਦਾ ਰਿਹਾ ਤੇ ਚਲਦਿਆਂ ਫਿਰ ਗੱਲ ਫਿਲਮਾਂ ਤੱਕ ਵੀ ਪਹੁੰਚ ਗਈ ਜੀ। ਇੱਕ ਸੰਤ ਬੰਦਾ ਫਿਲਮਾਂ ਬਣਾਉਣ ਲੱਗ ਪਿਆ, ਮੈਸੇਂਜਰ ਆਫ ਗੋਡ ਦੇ ਤੌਰ ਦੇ ਉੱਤੇ, ਔਰ ਗੱਲ ਉੱਥੇ ਨਹੀਂ ਰੁਕੀ। ਫਿਰ ਆ ਗਿਆ ਕਿ ਹੁਣ ਆਪਾਂ ਸਿਆਸਤ ਦੇ ਵਿੱਚ ਵੀ ਭਾਗ ਲੈ ਲਈਏ ਜੀ। ਤੇ ਮੇਰੇ ਖਿਆਲ ਮੁਤਾਬਕ 92-90 ਤੋਂ ਲੈ ਕੇ 96-97 ਤੱਕ ਦਾ ਦੌਰ ਸੀ ਜੀ। 97 ਦੇ ਵਿੱਚ ਡੇਰੇ ਨੇ ਅਧਿਕ ਤੌਰ ਦੇ ਉੱਤੇ, ਜ਼ਿਆਦਾ ਤੌਰ ਤੇ ਨਹੀਂ, ਅਧਿਕ ਤੌਰ ਦੇ ਉੱਤੇ ਪੋਲੀਟਿਕਸ ਦੇ ਵਿੱਚ ਹਿੱਸਾ ਲੈ ਲਿਆ ਸੀ। ਠੀਕ ਹੈ। 97 ਤੋਂ ਬਾਅਦ ਫਿਰ 2002 ਦੀਆਂ ਚੋਣਾਂ ਆਈਆਂ, ਉਹਦੇ ਵਿੱਚ ਵੀ ਹਿੱਸਾ ਲਿਆ। 2007 ਦੀਆਂ ਚੋਣਾਂ ਵੇਲੇ ਤਾਂ ਫਿਰ ਦੁਨੀਆ ਜਾਣਦੀ ਹੈ ਜੀ ਕਿ ਉਦੋਂ ਇੱਕ ਪਾਸੇ ਪੋਲੀਟੀਕਲ ਪਾਰਟੀ ਕਾਂਗਰਸ ਪਾਰਟੀ ਦੇ ਆਪਣੇ ਕੈਂਪ ਲੱਗੇ ਹੁੰਦੇ ਸੀ, ਤੇ ਕਾਂਗਰਸ ਦੇ ਹਮਾਇਤ ਵਿੱਚ ਡੇਰੇ ਵਾਲਿਆਂ ਨੇ ਆਪਣੇ ਕੈਂਪ ਲਾਏ ਹੁੰਦੇ ਸੀ। ਔਰ ਉਸ ਵੇਲੇ ਤੁਸੀਂ ਦੇਖੋ ਕਿ ਕਤਾਰਾਂ ਬਣ ਕੇ ਡੇਰਾ ਪ੍ਰੇਮੀ ਆਉਂਦੇ ਹੁੰਦੇ ਸੀ। ਇਹੀ ਉਹ ਦੌਰ ਸੀ ਜੀ ਜਿਸ ਦੌਰ ਦੇ ਵਿੱਚ ਫਿਰ ਡੇਰਾ ਮੁਖੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਉਹਨਾਂ ਦੀ ਤਰਜ਼ ਦੇ ਉੱਤੇ, ਜਿਵੇਂ ਉਹਨਾਂ ਨੇ ਖਾਲਸਾ ਪੰਥ ਸਾਜਿਆ ਸੀ, ਬਿਲਕੁਲ ਉਸੇ ਤਰੀਕੇ ਉਹਨੇ ਜਾਮੇ ਇਨਸਾਨ ਪਿਲਾ ਕੇ ਆਪਣੇ ਅਨਿਆਈਆਂ ਨੂੰ ਤੇ ਉਹਨਾਂ ਨੂੰ ਇਨਸਾਨ ਬਣਾਇਆ। ਜਿਵੇਂ ਖਾਲਸਾ ਸਾਜਿਆ ਸੀ, ਉਹਨੇ ਇਨਸਾਨ ਬਣਾਏ। ਔਰ ਇਹਦਾ ਜਦੋਂ ਪਹਿਲਾਂ ਤਾਂ ਕੋਈ ਕਨਸੋੜ ਨਹੀਂ ਨਿਕਲੀ ਜੀ, ਕੰਮ ਤਾਂ ਸ਼ਾਇਦ ਇਹ ਪਹਿਲਾਂ ਦਾ ਚੱਲਦਾ ਹੋਵੇ, ਲੇਕਿਨ ਜਦੋਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲੱਗ ਲਏ ਤੇ ਫਿਰ ਸਿੱਖ ਭਾਈਚਾਰੇ ਵੱਲੋਂ ਵੀ ਵਿਰੋਧ ਹੋਇਆ, ਤੇ ਵਿਰੋਧ ਹੋਇਆ ਇੰਨਾ ਪ੍ਰਚੰਡ ਹੋਇਆ ਕਿ ਬਠਿੰਡੇ ਦੇ ਵਿੱਚ ਜਿਹੜਾ ਹੈਗਾ ਝਗੜੇ ਤੱਕ ਦੀ ਨੌਬਤ ਆ ਗਈ। ਬਿਲਕੁਲ। ਡੇਰਾ ਮੁਖੀ ਦਾ ਜਦੋਂ ਪੁਤਲਾ ਫੂਕਦੇ ਸੀਗੇ ਸਿੱਖ ਭਾਈਚਾਰੇ ਦੇ ਲੋਕ ਤੇ ਪ੍ਰੇਮੀ ਭੜਕਾਟ 'ਚ ਆ ਗਏ। ਉੱਥੇ ਟੱਕਰ ਹੁੰਦੀ ਹੈ, ਟੱਕਰ ਦੇ ਵਿੱਚ ਬੜਾ ਕੁਛ ਹੁੰਦਾ ਹੈ, ਗੱਡੀਆਂ ਦੀ ਭੰਨ ਤੋੜ ਵਗੈਰਾ ਜੀ। ਫਿਰ ਇੱਕ FIR ਦਰਜ ਹੁੰਦੀ ਹੈ। ਉਸ FIR ਦੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਤੇ ਉਹਦਾ 3000 ਸਾਥੀ ਹੈ ਜਿਹੜੇ, ਉਹਨਾਂ ਦਾ ਨਾਮ ਉਹਦੇ 'ਚ ਦਰਜ ਹੋ ਗਿਆ। ਔਰ ਜਦੋਂ ਫਿਰ 2009 ਆਉਂਦੀ ਹੈ, 2009 ਆਉਂਦਾ ਤੱਕ ਚੱਕਰ ਪੁੱਠਾ ਘੁੰਮ ਗਿਆ ਜੀ। ਜਿਹੜੇ 2007 ਦੇ ਵਿੱਚ ਅਕਾਲੀ ਦਲ ਦੀ ਕਾਂਗਰਸ ਦੀ ਮਦਦ ਕੀਤੀ ਸੀ, 2009 ਦੇ ਵਿੱਚ ਆ ਕੇ ਉਹਨਾਂ ਹੀ ਪ੍ਰੇਮੀਆਂ ਨੇ ਲੈਣਾ ਬਣ ਕੇ ਫਿਰ ਅਕਾਲੀ ਦਲ ਦੇ ਤੇ ਭਾਜਪਾ ਦੇ ਕੈਂਡੀਡੇਟਸ ਨੂੰ ਵੋਟ ਪਾਈ। ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜਿੱਤੇ ਸੀ, ਤੇ 2012 ਆ ਗਿਆ। 2012 ਦੇ ਆਉਣ ਵੇਲੇ ਤੁਹਾਡੇ ਯਾਦ ਹੋਣਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸਾਰਾ ਗੜਬੜ ਹੋਈ ਸੀ ਜੀ, ਗੜਬੜ ਤੋਂ ਬਾਅਦ ਗੜਬੜ ਨੂੰ ਕੰਟਰੋਲ ਕਰਨ ਵਾਸਤੇ ਇੱਕ IPS ਆਫੀਸਰ ਨੂੰ ਬਠਿੰਡੇ ਦਾ SSP ਲਾਤਾ ਸੀ, ਜਿਹਦਾ ਨਾਮ ਨੌ ਨਿਹਾਲ ਸਿੰਘ ਹੈ। ਅੱਜ ਕੱਲ੍ਹ ਉਹ IG ਬਣੇ ਹੋਏ ਹੈ। ਨੌ ਨਿਹਾਲ ਸਿੰਘ ਜਦੋਂ ਡੇਰਾ ਮੁਖੀ ਦੇ ਖਿਲਾਫ ਜਿਹੜੀ FIR ਦਰਜ ਹੋਈ ਸੀ ਜੀ, ਇਸ FIR ਨੂੰ ਦਰਜ ਕਰਵਾਉਣ ਵਾਸਤੇ ਉਹਨਾਂ ਨੇ ਇੱਕ ਐਪਲੀਕੇਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਸਾਡੇ ਖਿਲਾਫ ਇਹ ਮਾਮਲਾ ਝੂਠਾ ਹੈ। ਤੇ ਨੌ ਨਿਹਾਲ ਸਿੰਘ ਹੋਰਾਂ ਨੇ ਇੱਕ ਐਫੀਡੈਵਿਟ ਦਿੱਤਾ ਸੀ ਕਿ ਜੀ ਆਹ ਐਫੀਡੈਵਿਟ ਅਸੀਂ ਦਿੰਦੇ ਹਾਂ, ਸਾਡੇ ਕੋਲੇ ਜੀ ਮਿਸਲ ਦੇ ਉੱਤੇ ਠੋਸ ਸਬੂਤ ਹੈਗੇ ਹੈ, ਇਹ FIR ਰੱਦ ਨਹੀਂ ਹੋਣੀ ਚਾਹੀਦੀ, ਤੇ ਉਹਦੀ ਪਟੀਸ਼ਨ ਡਿਸਮਿਸ ਹੋ ਗਈ। ਉਹ ਤੋਂ ਬਾਅਦ 2012 ਦੀ ਜਿਹੜੀ ਇਲੈਕਸ਼ਨ ਹੋਈ ਹੈ, ਉਸ ਇਲੈਕਸ਼ਨ ਦੇ ਵਿੱਚ 3-4 ਦਿਨ ਰਹਿੰਦੇ ਸੀ ਜੀ, ਤੇ ਕੋਤਵਾਲੀ ਥਾਣੇ ਦਾ ਇੱਕ SHO ਜਿਹਦਾ ਲੈਵਲ ਸਿਰਫ ਇੰਸਪੈਕਟਰ ਹੈ ਜੀ, ਉਹ ਇੱਕ IPS ਅਫਸਰ ਦੇ ਐਫੀਡੈਵਿਟ ਦੇ ਉਲਟ ਜਾ ਕੇ ਸਥਾਨਕ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੰਦੇ ਹੈ ਜੀ ਕਿ ਜੀ ਡੇਰਾ ਮੁਖੀ ਦੇ ਖਿਲਾਫ ਸਾਨੂੰ ਕੋਈ ਸਬੂਤ ਹੀ ਨਹੀਂ ਮਿਲਿਆ। ਦੱਸੋ, ਇੱਥੋਂ ਤੱਕ ਕਿਹਾ ਗਿਆ ਕਿ ਜਿਹੜੇ ਮੁਦਈ ਸੀ ਮਿਸਟਰ ਸਿੱਧੂ, ਉਹਨਾਂ ਨੇ ਜੀ ਸਾਨੂੰ ਐਫੀਡੈਵਿਟ ਦਿੱਤਾ, ਮੈਂ ਕਾਰਵਾਈ ਨਹੀਂ ਕਰਾਉਣੀ।
ਔਰ ਸਿੱਧੂ ਸਾਹਿਬ ਕਹਿੰਦੇ ਕਿ ਐਫੀਡੈਵਿਟ ਮੇਰਾ ਹੈ ਹੀ ਨਹੀਂ, ਐਫੀਡੈਵਿਟ ਜਾਲੀ ਤਿਆਰ ਕੀਤਾ ਗਿਆ। ਔਰ ਕੁਝ ਹੋਰ ਜਿਹੜੇ ਹੈਗੇ ਸੀਗੇ ਸਿੱਖ ਪੰਥ ਦੀਆਂ ਜਿਹੜੀਆਂ ਹਸਤੀਆਂ ਜੀ, ਉਹਨਾਂ ਨੇ ਆ ਕੇ ਵਿਰੋਧ ਕੀਤਾ ਕਿ ਭਾਵਨਾਵਾਂ ਇਹਦੀਆਂ ਇਕੱਲੇ ਦੀਆਂ ਇੰਜਰਡ ਨਹੀਂ ਹੋਈਆਂ, ਸਾਡੀਆਂ ਵੀ ਇੰਜਰਡ ਹੋਈਆਂ। ਉਹ ਇਹਨਾਂ ਨੇ ਜਿਹੜੀ ਹੈਗੀ ਕੈਂਸਲੇਸ਼ਨ ਰਿਪੋਰਟ ਦਿੱਤੀ, ਲੇਕਿਨ ਅਦਾਲਤ ਨੇ ਉਸ ਕੈਂਸਲੇਸ਼ਨ ਰਿਪੋਰਟ ਨੂੰ ਮੰਨਿਆ ਨਹੀਂ ਸੀ। ਅਖੀਰ ਉਹਦੇ ਵਿੱਚ ਇੱਕ ਤਕਨੀਕੀ ਗੜਬੜ ਸੀ ਤੇ ਹਾਈ ਕੋਰਟ ਦੇ ਵਿੱਚੋਂ ਬਾਅਦ ਚ ਉਹਨੂੰ ਰਾਹਤ ਮਿਲ ਗਈ ਸੀ ਡੇਰਾ ਮੁਖੀ ਨੂੰ। ਇਹ ਇੱਕ ਵੱਖਰੀ ਗੱਲ ਹੈ, ਵੱਖਰਾ ਵਿਸ਼ਾ ਹੈ। ਸੋ ਜੇ ਆਪਾਂ ਦੇਖੀਏ ਸਾਰੇ ਦਾ ਸਾਰਾ ਮਾਮਲਾ ਇਹ ਪੋਲੀਟਿਕਸ ਦੇ ਨਾਲ ਗੱਲ ਖੜੀ ਸੀ। ਤੇ ਫਿਰ ਡੇਰਾ ਮੁਖੀ ਨਾਲ ਹੋਇਆ ਕੀ, ਉਹਨੂੰ 3 ਮੁਕੱਦਮਿਆਂ ਦੇ ਵਿੱਚ ਤਾਂ ਕੈਦ ਹੋ ਚੁੱਕੀ ਹੈ ਜੀ। 2 ਸਾਧਵੀਆਂ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਨੇ ਚਿੱਠੀ ਪਾ ਕੇ ਇੱਕ ਇਲਜ਼ਾਮ ਲਾਇਆ ਸੀ ਕਿ ਇਸ ਡੇਰੇ ਦੇ ਵਿੱਚ ਛੁੱਟ ਭਲਾਈਓ ਸਭ ਕੁਝ ਹੁੰਦਾ ਹੈ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਹੁੰਦਾ ਹੈ। ਉਹਦੇ ਸੰਬੰਧ ਵਿੱਚ CBI ਨੂੰ ਕੇਸ ਮਾਰਕ ਕਰਤਾ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ। CBI ਨੇ ਕੇਸ ਰਜਿਸਟਰ ਕੀਤਾ ਸੀ ਤੇ ਡੇਰਾ ਮੁਖੀ ਨੂੰ ਦੋਨਾਂ ਸਾਧਵੀਆਂ ਦੇ ਨਾਲ ਕੁਕਰਮ ਕਰਨ ਦੇ ਦੋਸ਼ ਹੇਠ 10 ਸਾਲ ਦੀ ਕੈਦ, ਕੁੱਲ 20 ਸਾਲ ਦੀ ਕੈਦ ਹੋਈ। ਫਿਰ ਰਾਮਚੰਦਰ ਛਤਰਪਤੀ ਉਹਨੇ ਕਿਉਂਕਿ ਆਪਣਾ ਉਹਦਾ ਜਿਹੜਾ ਅਖਬਾਰ ਸੀ ਪੂਰਾ ਸੱਚ, ਉਹਦੇ ਵਿੱਚ ਉਹਨੇ ਛਾਪਤੀ ਸੀ ਚਿੱਠੀ, ਔਰ ਪੂਰਾ ਸੱਚ ਦੀ ਜਿਹੜੀ ਚਿੱਠੀ ਛਪਣ ਤੋਂ ਬਾਅਦ ਪ੍ਰਤੀਕਰਮ ਇਹ ਹੋਇਆ ਕਿ ਉਹਦਾ ਕਤਲ ਹੋ ਗਿਆ। ਉਸ ਕਤਲ ਦੇ ਵਿੱਚ ਵੀ ਉਮਰ ਕੈਦ ਹੋ ਗਈ। ਰਣਜੀਤ ਸਿੰਘ ਕੋਲੀਆਂ ਜਿਹਦੀ ਭੈਣ ਇਸ ਮਾਮਲੇ ਦੇ ਵਿੱਚ ਗਵਾਹ ਹੈ, ਜਿਹਦੀ ਐਵੀਡੈਂਸ ਦੇ ਉੱਤੇ ਸਜ਼ਾ ਹੋਈ ਹੈ, ਉਹਦਾ ਵੀ ਕਤਲ ਹੋ ਗਿਆ ਕਿਉਂਕਿ ਸ਼ੱਕ ਇਹ ਸੀ ਕਿ ਸ਼ਾਇਦ ਉਸ ਬੰਦੇ ਨੇ ਉਹ ਚਿੱਠੀ ਛਪਵਾਈ ਹੈ। ਹੁਣ ਤੱਕ 3 ਮੁਕੱਦਮਿਆਂ 'ਚ ਸਜ਼ਾ ਹੋਈ ਵੀ ਹੈ ਤੇ ਡੇਰਾ ਮੁਖੀ ਅੰਦਰ ਹੈ। ਲਓ ਜੀ, ਮੁਕੱਦਮੇ ਤਾਂ 1-2 ਹੋਰ ਵੀ ਚੱਲਦੇ ਹੈ ਤੇ ਹੁਣ ਫਿਰ ਡੇਰੇ ਵਾਲਿਆਂ ਨੇ ਆਪਣੀ ਜਿਹੜੀ ਸਿਆਸੀ ਤਾਕਤ ਦਿਖਾਉਣ ਵਾਸਤੇ ਬਿਲਕੁਲ ਉਸੇ ਜਿਹਾ ਪ੍ਰਗਟਾਵਾ ਫਿਰ ਕਰਨਾ ਸ਼ੁਰੂ ਕਰਤਾ ਜਿਹੜਾ 2007 ਵੇਲੇ ਕੀਤਾ ਸੀ। ਕਿਹਾ ਇਹ ਜਾਂਦਾ ਹੈ ਕਿ ਜਿਹੜੇ ਸ਼ਾਹ ਮਸਤਾਨਾ ਜੀ ਹੈ ਉਹਨਾਂ ਦਾ ਜਨਮ ਹੋਇਆ ਸੀ ਇਸ ਮਹੀਨੇ ਦੇ ਵਿੱਚ ਆਪਣੇ 'ਚ ਨਵੰਬਰ 'ਚ, ਔਰ ਅਸੀਂ ਉਹਨਾਂ ਨੂੰ ਸਮਰਪਿਤ ਜਿਹੜਾ ਹੈਗਾ ਪ੍ਰੋਗਰਾਮ ਕਰਦੇ ਹਾਂ। ਸਭ ਤੋਂ ਪਹਿਲਾਂ ਸਲਾਬਤਪੁਰੇ 'ਚ ਕੀਤਾ ਔਰ ਕੱਲ ਫਿਰ ਇਹਨਾਂ ਨੇ ਸੰਗਰੂਰ, ਬਠਿੰਡਾ, ਫਰੀਦਕੋਟ, ਮਲੋਟ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਸਮਾਗਮ ਕੀਤੇ ਤੇ ਪੂਰੇ ਤਕੜੇ ਕੀਤੇ, ਭਰਮੇ ਕੀਤੇ। ਔਰ ਅਖਬਾਰਾਂ ਨੇ ਅੱਜ ਇਹਨਾਂ ਨੂੰ ਸਾਰੇ ਮਾਮਲੇ ਨੂੰ ਬਹੁਤ ਚੰਗੀ ਤਰ੍ਹਾਂ ਨੋਟ ਕੀਤਾ। ਸਿਆਸੀ ਲੋਕਾਂ ਦੀਆਂ ਵੀ ਇਹਦੇ ਤੇ ਨਜ਼ਰਾਂ ਲੱਗੀਆਂ ਵੀ ਹੈ। ਅਕਾਲੀ ਦਲ ਵਾਲੇ, ਹਾਲਾਂਕਿ ਡੇਰਾ ਮੁਖੀ ਨੂੰ ਮੁਆਫੀ ਵੀ ਮਿਲ ਗਈ ਸੀ ਜਦੋਂ ਉਹਨੂੰ ਪੰਥ ਚੋਂ ਛੇਕਿਆ ਗਿਆ ਤੇ ਮੁਆਫੀ ਦੇ ਉੱਤੇ ਸਿੱਖ ਪੰਥ ਅਮਲ ਕਰੇ, ਉਹਦੇ ਸੰਬੰਧ ਵਿੱਚ ਉਹਨਾਂ ਨੇ ਇਸ਼ਤਿਹਾਰ ਵੀ SCPC ਦੇ ਖਜ਼ਾਨੇ ਚੋਂ ਦਿੱਤੇ ਸੀ 90-91 ਲੱਖ ਰੁਪਏ ਦੇ। ਪਰ ਕਿਉਂਕਿ ਹੁਣ ਜਿਹੜਾ ਸਿੱਖ ਸੰਗਤਾਂ ਦਾ ਵਿਰੋਧ ਆ, ਉਹਦੀ ਵਜ੍ਹਾ ਕਾਰਨ ਅਕਾਲੀ ਦਲ ਨੇ ਕੋਈ ਬਹੁਤੀ ਉਸ ਤਰ੍ਹਾਂ ਦੀ ਸਰਗਰਮੀ ਨਹੀਂ ਦਿਖਾਈ। ਲੇਕਿਨ ਕਾਂਗਰਸ ਵਾਲੇ ਹੈਗੇ ਵਿਜੇਂਦਰ ਸਿੰਘਲਾ ਜਿਹੜਾ PWD ਮਿਨਿਸਟਰ ਹੈ, ਉਹ ਕੱਲ ਸੰਗਰੂਰ ਵਾਲੀ ਜਿਹੜੀ ਉਹਨਾਂ ਦੀ ਨਾਮ ਚਰਚਾ ਹੈ ਉੱਥੇ ਗਏ, ਉਹਦੇ ਵਿੱਚ ਸ਼ਾਮਲ ਹੋਏ, ਉਹਦੇ ਸਾਰਾ ਕੁਝ ਕੀਤਾ ਕਰਾਇਆ। ਹੁਣ ਅੱਗੇ 2014 ਦੀਆਂ 2022 ਦੀਆਂ ਚੋਣਾਂ, ਇਹਨਾਂ ਚੋਣਾਂ ਦੇ ਵਿੱਚ ਕੀ ਲਿਆ ਜਾਵੇ, ਜਿਹੜੀ ਮੈਨੂੰ ਅੰਦਰੋਂ ਇਨਫੋਰਮੇਸ਼ਨ ਮਿਲੀ ਹੈ, ਕੁਝ ਜਿਹੜੇ ਸੋਰਸਿਸ ਹੈਗੇ, ਸੋਰਸਿਸ ਦੱਸਦੇ ਆ ਕਿ ਪਿਛਲੇ ਦਿਨੀ ਡੇਰਾ ਦੀ ਜਿਹੜੀ ਮੈਨੇਜਮੈਂਟ ਨੇ ਕੁਝ ਚੋਣਵੇਂ ਬੰਦਿਆਂ ਨੂੰ ਬੁਲਾ ਕੇ ਕਿਹਾ ਸੀ ਕਿ ਲੋਕਾਂ ਦੀ ਨਬਜ਼ ਟੋਹੋ। ਜੇ ਆਪਾਂ ਕੋਈ ਪੋਲੀਟੀਕਲ ਫੈਸਲਾ ਲਈਏ ਕਿ ਇਹ ਉਹਨੂੰ ਫੋਲੋ ਕਰਨਗੇ, ਪਹਿਲਾਂ ਦੀ ਤਰ੍ਹਾਂ ਉੱਥੇ ਪਹਿਰਾ ਦੇਣਗੇ। ਤੇ ਹੁਣ ਜਿਹੜੀ ਇੱਕ ਕਾਮਨ ਰਾਏ ਵਿੱਚੋਂ ਆ ਰਹੀ ਹੈ, ਉਹਨਾਂ 'ਚ ਕਿਸੇ ਨਾਲ ਗੱਲ ਕਰਕੇ ਦੇਖੋ, ਕਹਿੰਦੇ ਜੀ ਅਸੀਂ ਸਾਰੇ ਇੱਕ ਮੁੱਠ ਹਾਂ। ਸੋ ਅਸੀਂ ਇਹ ਕਹਿ ਸਕਦੇ ਕਿ ਸ਼ਕਤੀ ਦਾ ਪ੍ਰਗਟਾਵਾ ਹੈ, ਇਹ ਤਾਕਤ ਦਿਖਾਊ ਜਿਹੜੇ ਹੈਗੀਆਂ ਨਾਮ ਚਰਚਾਵਾਂ ਹੋ ਰਹੀਆਂ ਕਿ ਅਸੀਂ ਸਾਰੇ ਇੱਕ ਮੁੱਠ ਹਾਂ। ਹੁਣ ਜਾਣਗੇ ਕਿੱਧਰ, ਇਹ ਵੱਡਾ ਸਵਾਲ ਇਹ ਹੈ। ਔਰ ਮੇਰੀ ਜਿਹੜੀ ਇਨਫੋਰਮੇਸ਼ਨ ਇਹ ਹੈ ਦਾਨੇਲੀਆ ਸਾਹਿਬ ਕਿ ਜਿਹੜੀ RSS ਹੈ, BJP ਹੈ, ਜਿਹੜਾ ਉਹ ਦਿੱਲੀ ਬੈਠ ਕੇ ਗੱਲ ਕਹਿ ਰਹੇ ਨੇ ਪੰਜਾਬ 'ਚ ਅਸੀਂ ਹਕੂਮਤ ਬਣਾਵਾਂਗੇ। ਪੰਜਾਬ 'ਚ ਕਈ ਕੋਨੇ ਮੁਕਾਬਲੇ ਹੋਣੇ, ਕਈ ਕੋਨੇ ਮੁਕਾਬਲਿਆਂ ਦੇ ਵਿੱਚੋਂ ਬਹੁਤ ਵੱਡਾ ਫੈਕਟਰ ਜਿਹੜਾ ਹੈਗਾ ਉਹ ਡੇਰਾਬਾਦ ਵੀ ਹੈ। ਤੇ ਜਦੋਂ ਅਸੀਂ ਡੇਰਾਬਾਦ ਦੀ ਗੱਲ ਕਰਦੇ ਹਾਂ, ਇਕੱਲੇ ਸਿਰਸੇ ਵਾਲਿਆਂ ਦੀ ਨਹੀਂ ਕਰਦੇ, ਉਹਦੇ ਵਿੱਚ ਜਿਹੜੇ ਸਾਡੇ ਸਿੱਖ ਬਾਬੇ ਉਹਨਾਂ ਦਾ ਵੀ ਯੋਗਦਾਨ ਹੈ। ਅਤੀਤ ਦੇ ਵਿੱਚ ਬੀਤੇ ਵਿੱਚ ਇਹ ਇਲਜ਼ਾਮ, ਇਹ ਵੀ ਡੇਰੇ ਹੀ ਹੈ। ਅਤੀਤ ਦੇ ਵਿੱਚ ਇਹ ਇਲਜ਼ਾਮ ਲੱਗਦੇ ਰਹੇ ਹੈ ਕਿ RSS ਵਾਲੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਧੰਦਿਆਂ ਨੂੰ ਵੀ ਪ੍ਰਭਾਵਿਤ ਕਰਦੇ। ਬਿਲਕੁਲ, ਕਿਉਂਕਿ ਜੇ ਆਪਾਂ ਈਸਾਈਆਂ ਦੀ ਗੱਲ ਕਰੀਏ, ਮੁਸਲਮਾਨਾਂ ਦੀ ਗੱਲ ਕਰੀਏ, ਈਸਾਈ ਧਰਮ ਹੋ ਰਿਹਾ, ਮੁਸਲਮਾਨ ਧਰਮ ਹੋ ਰਿਹਾ, ਹਿੰਦੂ ਧਰਮ ਨਾਲ ਉਹਦਾ ਲਾਗਾ ਦੇ ਕਰੀ। ਇੱਥੇ ਗੱਲ ਕਹਿੰਦੇ ਹੈ ਡੇਰਾ ਸੱਚਾ ਸੌਦਾ ਆਪਣੇ ਤੇਰੇ RSS ਵਾਲੇ ਗੱਲ ਕਹਿੰਦੇ ਜਿਹੜਾ ਸਿੱਖ ਭਾਈਚਾਰਾ ਹੈ ਉਹ ਸਾਡਾ ਹੀ, ਸਾਡੇ ਹੀ ਮਤਲਬ ਇਹਦੇ ਵਿੱਚੋਂ ਹੀ ਸਾਡੇ ਪ੍ਰੋਟੈਕਟਰ ਨੇ, ਕਹਿ ਦਿੰਦੇ ਆ। ਨਹੀਂ, ਉਹ ਕਹਿੰਦੇ ਆ ਵੀ ਹਿੰਦੂ ਸਮਾਜ ਦਾ ਹੀ ਇੱਕ ਹਿੱਸਾ ਹੈ। ਤੇ ਪ੍ਰੋਟੈਕਟਰ ਵਾਲੀ ਗੱਲ ਵੀ ਕਹਿੰਦੇ। ਤੇ ਆਪਾਂ ਸ਼ੁਰੂ 'ਚ ਦੇਖੀਏ ਜਿਹੜਾ ਪਹਿਲੇ ਪੜਾਅ ਦੇ ਵਿੱਚ ਜਿਹੜਾ ਹੈਗਾ, ਪਹਿਲਾਂ ਤਾਂ ਇਹ ਸੀ ਕਿ ਹਰ ਹਿੰਦੂ ਪਰਿਵਾਰ ਦਾ ਇੱਕ ਜਿਹੜਾ ਬੇਟਾ ਹੈ ਉਹ ਕੇਸਾਧਾਰੀ ਹੋਊਗਾ, ਸਿੱਖ ਹੋਊਗਾ, ਹੁੰਦਾ ਰਿਹਾ। ਔਰ ਇਹਨੂੰ ਗੱਲ ਕਰਦੇ ਕਿ ਇਹ ਕੋਈ ਸਾਡੇ ਨਾਲੋਂ ਵੱਖਰੀ ਕੌਮ ਨਹੀਂ, ਇਹ ਸਾਡਾ ਇੱਕ ਹਿੱਸਾ ਹੀ ਹੈ।
ਇਸ ਲਈ ਇਹੋ ਜਿਹੇ ਤਰੀਕਿਆਂ ਦੇ ਨਾਲ ਉਹ ਦਖਲਅੰਦਾਜ਼ੀ ਕਰਦੇ। ਇਹਦੇ ਢਿੱਲੋਂ ਸਾਹਿਬ ਤੁਸੀਂ ਹੋਰ ਨੋਟ ਕਰੋ, ਤੁਸੀਂ ਪੂਰੀ ਜਾਂਦੇ ਹੋ ਨਾ, ਮੈਂ ਪੂਰੀ ਜਾ ਕੇ ਆਇਆ। ਨਹੀਂ, ਮੈਂ ਪੂਰੀ ਨਹੀਂ ਕਿਹਾ। ਮੈਂ ਗਿਆ। ਹੁਣ ਉੱਥੇ ਕੀ ਚੀਜ਼ ਹੈ, ਉੱਥੇ ਕਿਸੇ ਵੀ ਗੈਰ, ਇੱਕ ਤਾਂ ਪਹਿਲੀ ਗੱਲ ਹਿੰਦੂ ਦੇ ਵਿੱਚ ਵੀ ਸਵਰਗ ਜਾਤੀ ਉਹੀ ਗੁਰਦੁਆਰੇ ਚ ਉਹ ਮੰਦਿਰ ਚ ਐਂਟਰ ਕਰ ਸਕਦੇ ਆ, ਪਰ ਸਿੱਖ ਆ ਜਿਹੜਾ, ਸਿੱਖ ਦੇ ਕੋਈ ਮਨਾਹੀ ਨਹੀਂ। ਅੱਛਾ, ਚਾਹੇ ਉਹ ਦਲਿਤ ਚਾਹੇ ਦਲਿਤ ਕੋਈ ਵੀ ਹੈ। ਨਹੀਂ, ਸਿੱਖੀ ਦਾ ਵੈਸੇ ਜਾਤ ਪਾਤ ਨੂੰ ਆਪਾਂ ਤਾਂ ਰੱਦ ਹੀ ਕਰਦੇ ਨਾ, ਇਸ ਕਰਕੇ ਫਿਰ ਉਹਨਾਂ ਤਾਂ ਛੋਟ ਹੈਗੀ। ਹਾਂ, ਇਹ ਉਹ ਕਹਿੰਦੇ ਵੀ ਇਹ ਤਾਂ ਸਾਡੇ ਪ੍ਰੋਟੈਕਟਰ ਨੇ, ਅਸੀਂ ਇਹਨਾਂ ਨੂੰ ਕਿਵੇਂ ਕਰ ਦਈਏ। ਚਲੋ ਪ੍ਰੋਟੈਕਟਰ ਕਰ ਲਓ, ਕੁਛ ਵੀ ਕਰ ਲਓ, ਇਹਨਾਂ ਨੂੰ ਇੱਕ ਸਮਝ ਲਓ ਵੀ ਸਾਡਾ ਇੱਕ ਰਖਵਾਲਾ ਦਸਤਾ, ਹਰਿਆਵਲ ਦਸਤਾ ਕਹਿ ਲਓ, ਕਿ ਸਮਾਜ ਦੀ ਜਾਂ ਹਿੰਦੂ ਸਮਾਜ ਦੀ ਸੇਵਾ ਕਰਨ ਵਾਲਾ ਕਹਿੰਦੇ ਨੇ, ਉਹ ਆਪਣਾ ਹਿੱਸਾ ਸਮਝਦੇ ਹਨ। ਇਸ ਵਾਸਤੇ ਜਿਹੜੇ ਹੈਗੇ ਇੱਥੇ ਦਖਲਅੰਦਾਜ਼ੀ ਜ਼ਿਆਦਾ ਹੁੰਦੀ ਹੈ। ਸਾਡੇ ਵਾਲੇ ਮਾਮਲੇ ਜੇ ਸਾਡੇ ਧਰਮਾਂ ਦੇ ਵਿੱਚ ਦਖਲਅੰਦਾਜ਼ੀ ਹੁੰਦੀ ਹੈ ਤਾਂ ਫਿਰ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਵੀ ਦਖਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਊਗਾ। ਤੇ ਜਿਹੜਾ ਟੋਹਿਆ ਜਾ ਰਿਹਾ ਹੁਣ, ਇਹ ਤਾਂ ਆਪਾਂ ਜਾਣਦੇ ਆ ਨਾ ਕਿ ਡੇਰਾ ਮੁਖੀ ਹੈ ਕਿੱਥੇ, ਸੁਨਾਰੀਆ ਜੇਲ੍ਹ ਕਿਹੜੀ ਸਟੇਟ 'ਚ? ਹਰਿਆਣੇ 'ਚ ਰਾਜ ਭਾਗ ਕੀ ਦਾ? ਬੀਜੇਪੀ ਦਾ। ਉੱਥੇ ਜਿਹੜੇ ਬੰਦੇ ਨੇ, ਜਿਹੜੇ ਸਾਡੇ ਬਹੁਤ ਸਾਰੇ ਲਿਸਨਰ ਹੈ ਜਿਨ੍ਹਾਂ ਦੇ ਵਿੱਚ ਉਹ ਹੋਣਗੇ ਜਿਨ੍ਹਾਂ ਨੂੰ ਕਦੇ ਜੇਲ੍ਹ ਯਾਤਰਾ ਕਰਨ ਦਾ ਮੌਕਾ ਮਿਲਿਆ ਹੋਊਗਾ। ਜੇਲ੍ਹ ਯਾਤਰਾ ਜਿਹੜੀ ਹੈ ਨਾ, ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਦਾ ਆਫਿਸਰ ਹੈ ਤੇ ਜਿਹੜੀ ਉੱਥੋਂ ਦੀ ਸਟੇਟ ਹੈ, ਖੱਬੀ ਖਾਨ ਬੰਦਿਆਂ ਨੂੰ ਕੋਈ ਭਗਤ ਸਿੰਘ ਵਰਗੇ ਤੇ ਸ਼ਹੀਦ ਆਜ਼ਮ ਊਧਮ ਸਿੰਘ ਵਰਗੇ ਬੰਦੇ, ਕਰਤਾਰ ਸਿੰਘ ਸਰਾਭੇ ਵਰਗੇ ਹੋ ਸਕਦੇ ਹੈ, ਜਾਂ ਸੁੱਖਾ ਜਿੰਦਾ ਵਰਗੇ ਵੀ ਹੋ ਸਕਦੇ, ਜਿਹੜੇ ਕਹਿੰਦੇ ਅਸੀਂ ਉੱਥੋਂ ਬੇਪਰਵਾਹ ਹੈ। ਲੇਕਿਨ ਦਾਨੇਵਾਲੀਆ ਸਾਹਿਬ, ਮੈਂ ਵੀ ਜੇਲ੍ਹ ਯਾਤਰਾ ਬੜੇ ਵਾਰੀ ਕੀਤੀ। ਕੰਧਾ ਕੰਨੀ ਵੇਖਣਾ ਪੈਂਦਾ ਨਾ, ਰੰਗਾਟ ਕੀ ਨਿਕਲਦਾ, ਵੱਡੇ ਟੁੱਟ ਜਾਂਦੇ ਆ ਉੱਥੇ। ਖੱਬੀ ਖਾਨ ਲੋਕ ਜਿਹੜੇ ਟੁੱਟ ਜਾਂਦੇ ਆ। ਇਸ ਵਾਸਤੇ ਪਤਾ ਨਹੀਂ ਹੁਣ ਜਿਹੜੀ ਸਟੇਟ ਕੀ ਗੱਲ ਕਰਦੀ ਹੋਊਗੀ, ਕੀ ਕਰਾਉਂਦੇ ਹੋਣਗੇ, ਕਿੱਥੋਂ ਕੀ ਹੁਕਮ ਆ ਰਹੇ ਜੀ। ਤੇ ਢਿੱਲੋਂ ਸਾਹਿਬ ਰੰਧਾਵੇ ਵੱਲੋਂ ਕਹਿੰਦੇ ਨਸ਼ਿਆਂ ਬਾਰੇ ਕੋਈ ਪੈਨਲ ਬਣਾਇਆ ਤੇ ਉਹਦੇ ਉੱਤੇ ਭਗਵੰਤ ਸਿੰਘ ਮਾਨ ਨੇ ਕਿੰਤੂ ਪਰੰਤੂ ਕੀਤਾ ਜੀ। ਬਿਲਕੁਲ ਜੀ, ਪੈਨਲ ਜਿਹੜਾ ਹੈਗਾ ਬੜਾ ਇੰਟਰਸਟਿੰਗ ਹੈ। ਪੈਨਲ ਬਣਾਤਾ ਉਹਨਾਂ ਨੇ ਤੇ ਕਹਿੰਦੇ ਜੀ ਇਹ ਪੈਨਲ ਜਿਹੜਾ ਇੱਕ ਹਫ਼ਤੇ ਦੇ ਵਿੱਚ ਇਨਕੁਆਇਰੀ ਕਰਕੇ ਤੇ ਰਿਪੋਰਟ ਪੇਸ਼ ਕਰੂਗਾ। ਕੀ ਹੈ ਰਿਪੋਰਟ? ਕਹਿੰਦੇ ਵੀ ਜਿਹੜੀ SIT ਹੈ, ਜਿਹੜੀ STF ਨਾਲ ਸੰਬੰਧਿਤ STF ਦੀ ਜਿਹੜੀ ਰਿਪੋਰਟ ਹੈ, ਉਸ ਰਿਪੋਰਟ ਦੇ ਉੱਤੇ ਅਮਲ ਕਿਉਂ ਨਹੀਂ ਹੋਇਆ? ਕੀ STF ਨੇ ਆਪ ਨਹੀਂ ਕੀਤਾ ਜੀ? ਕੀ ਉਹਨੂੰ ਕਿਸੇ ਨੇ ਕੋਈ ਕਰ ਨਹੀਂ ਦਿੱਤਾ? ਜਾਂ ਜਿਹੜੀ ਕੋਰਟ ਦੇ ਵਿੱਚ STF ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਰਿਪੋਰਟ ਪੇਸ਼ ਕੀਤੀ ਸੀ ਜੀ, ਉਸ ਰਿਪੋਰਟ ਦੇ ਉੱਤੇ ਜਿਹੜਾ ਐਕਸ਼ਨ ਟੇਕਨ ਪ੍ਰੋਗਰਾਮ ਹੈ, ਐਕਸ਼ਨ ਹੋਇਆ ਕਿਉਂ ਨਹੀਂ? ਇਹ ਸਾਰੇ ਮਾਮਲੇ ਦੀ ਪੜਤਾਲ ਕਹਿੰਦੇ ਵੀ ਬਹੁਤ ਜ਼ਰੂਰੀ ਹੈ। ਪੜਤਾਲ ਕਰਕੇ ਇਹਦੀ ਰਿਪੋਰਟ ਦਿਓ ਜੀ। ਨਵਜੋਤ ਸਿੰਘ ਸਿੱਧੂ ਦਾ ਇਹਦੇ ਪ੍ਰਤੀਕਰਮ ਆ ਗਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਹੁਣ ਤੱਕ ਕਾਰਵਾਈ ਨਹੀਂ ਹੋਈ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਜੀ। ਤੇ ਜੇ ਕਾਰਵਾਈ ਹੋ ਹੀ ਨਹੀਂ ਸਕਦੀ ਜਾਂ ਕਾਰਵਾਈ ਹੋ ਚੁੱਕੀ ਹੈ ਤੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈ, ਫਿਰ ਇਹਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਊਗੀ ਜੀ। ਇਹ ਗੱਲ ਕਹਿ ਰਹੇ, ਲੇਕਿਨ ਉਹ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੂੰ, ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਦੇ ਗ੍ਰਹਿ ਮੰਤਰੀ, ਉਹਨਾਂ ਨੂੰ ਬੜੇ ਵਾਰੀ ਉਹ ਘੇਰਾ ਪਾਉਂਦੇ ਹੈ। ਆਪਣਾ ਜਿਹੜੀ ਹੈ ਅਲੈਦਗੀ ਜਿਹੜੀ ਹੈਗੀ ਹੈ ਉਹਨਾਂ ਦੀ ਵਿਚਾਰਾਂ ਦੀ, ਉਹਦਾ ਪ੍ਰਗਟਾਵਾ ਕਰਦੇ ਹੈ। ਲੇਕਿਨ ਭਗਵੰਤ ਸਿੰਘ ਮਾਨ ਤਾਂ ਵਿਰੋਧੀ ਹੈ। ਉਹ ਤਾਂ ਆਪੋਜੀਸ਼ਨ ਦੇ ਨਾਲ ਸੰਬੰਧਿਤ ਹੈ। ਆਮ ਆਦਮੀ ਪਾਰਟੀ ਆਪੋਜੀਸ਼ਨ ਦਾ ਰੁਤਬਾ ਉਹਦੇ ਕੋਲੇ, ਔਰ ਉਹ ਸਟੇਟ ਦੇ ਪ੍ਰੈਜ਼ੀਡੈਂਟ ਹੈ ਜੀ। ਉਹ ਕਹਿੰਦੇ ਜੀ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਨਾ ਪ੍ਰਪੰਚ ਹੈ। ਅਸਲ ਦੇ ਵਿੱਚ ਕਹਿੰਦੇ ਰੰਧਾਵਾ ਸਿੰਘ ਸਾਹਿਬ ਵੀ ਕੈਪਟਨ ਅਮਰਿੰਦਰ ਸਿੰਘ ਦੇ ਰਾਹ ਪੈ ਗਏ। ਅੱਛਾ ਜੀ। ਜਿਵੇਂ ਅਮਰਿੰਦਰ ਸਿੰਘ ਨੇ ਨਹੀਂ ਸੀ ਕੁਛ ਕੀਤਾ, ਉਵੇਂ ਜਿਵੇਂ ਰੰਧਾਵਾ ਸਾਹਿਬ ਵੀ ਨਹੀਂ ਕਰਨਾ ਚਾਹੁੰਦੇ। ਕਮਜ਼ੋਰੀ ਕੀ ਹੈ ਜੀ, ਇਹ ਤਾਂ ਉਹਨੇ ਨਹੀਂ ਦੱਸੀ, ਪਰ ਉਹ ਗੱਲ ਇਹ ਕਹਿੰਦੇ ਹੈ ਕਿ ਉਹ ਇਹ ਚਾਹੁੰਦੇ ਆ ਰੰਧਾਵਾ ਸਾਹਿਬ ਕਿ ਆਪ ਕਮੇਟੀਆਂ ਜਿਹੀਆਂ ਬਣਾ ਕੇ ਕਿਰਾਂ ਕੋਡ ਲੱਗ ਜੇ। ਕੋਡ ਆਫ ਕੰਡਕਟ ਤਾਂ ਦਸੰਬਰ ਦੇ ਮਹੀਨੇ 'ਚ ਕਿਸੇ ਵੇਲੇ ਵੀ ਲੱਗ ਸਕਦਾ। ਹੁਣ ਤਾਂ ਆ ਗਿਆ ਟਾਈਮ, ਠੀਕ ਹੈ ਨਾ। ਉਹ ਆ ਗਿਆ ਵੀ ਕੋਡ ਲੱਗ ਜਾਏ। ਜਦੋਂ ਕੋਡ ਲੱਗ ਗਿਆ, ਕੋਡ ਲੱਗਣ ਤੋਂ ਬਾਅਦ ਫਿਰ ਜਿਹੜੀ ਹੈਗੀ ਹੈ ਆਪਾਂ ਤਾਂ ਕੁਛ ਕਰ ਨਹੀਂ ਸਕਦੇ। ਪੁਲਿਸ ਜਿਹੜੀ ਹੈਗੀ ਕੰਟਰੋਲ ਤੋਂ ਬਾਹਰ ਹੋ ਜਾਣੀ ਹੈ। ਵੈਸੇ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣੀ ਹੋਈ ਹੈ, ਉਹਦੇ ਉੱਤੇ ਤਾਂ ਕੁਝ ਉਹਦੇ ਬਾਰੇ ਅਦਾਲਤ ਨੇ ਗੱਲ ਕਹੀ ਵੀ ਹੈ ਕਿ ਉਹ ਟੀਮ ਕਿਸੇ ਨੂੰ ਵੀ ਜਵਾਬ ਦੇਣੀ ਹੈਗੀ। ਉਹ ਸਟੇਟ ਨੂੰ ਨਹੀਂ ਕੋਈ ਗੱਲ ਦੱਸੂਗੀ, ਉਹ ਮੀਡੀਆ ਨੂੰ ਨਹੀਂ ਕੋਈ ਗੱਲ ਦੱਸੂਗੀ, ਕਿਸੇ ਲੀਡਰ ਨਾਲ ਨਹੀਂ ਗੱਲ ਕਰੂਗੀ। ਉਹ ਸਿਰਫ ਤੇ ਸਿਰਫ ਆਪਣੀ ਰਿਪੋਰਟ ਹੈ ਜਿਹੜੀ ਅਦਾਲਤ ਦੇ ਵਿੱਚ ਪੇਸ਼ ਕਰੂਗੀ। ਜੇ ਕੋਈ ਬੰਦਾ ਗੁਨਾਹਗਾਰ ਹੈ ਉਹਦੇ ਖਿਲਾਫ ਚਲਾਨ ਪੇਸ਼ ਕਰ ਦੇ। ਔਰ ਉਹ ਕਹਿੰਦੇ ਵੀ ਟਾਈਮ ਪੂਰਾ ਕੀਤਾ ਜਾ ਰਿਹਾ ਜੀ। ਹੁਣ ਦਾਨੇਵਾਲੀਆ ਸਾਹਿਬ ਵਿੱਚ ਕਈ ਗੱਲਾਂ ਉੱਠਦੀਆਂ ਵੀ ਕੀ ਸੱਚਮੁੱਚ ਹੀ ਮਜੀਠੀਆ ਦੇ ਖਿਲਾਫ ਕੁਛ ਹੈਗਾ ਕਿ ਹੈ ਨਹੀਂਗਾ। ਸਿੱਧੂ ਸਾਹਿਬ ਤਾਂ ਵਾਰੀ ਕਹਿੰਦੇ ਮਜੀਠੀਆ ਦੇ ਖਿਲਾਫ ਹੈਗਾ। ਸਿੱਧੂ ਸਾਹਿਬ ਕਹੀ ਜਾਂਦੇ ਜੀ, ਸੁਖਬੀਰ ਬਾਦਲ ਕਹਿੰਦਾ ਫੜ ਕੇ ਅੰਦਰ ਦੇਣਗੇ, ਅਸੀਂ ਗ੍ਰਿਫਤਾਰੀਆਂ ਦੇਣਗੇ। ਹਾਂ ਉਹਦੇ ਚ ਤੁਸੀਂ ਦੇਖੋ ਵੀ ਜਿਹੜੇ ਸਿੱਧੂ ਸਾਹਿਬ ਦੀ ਨੇ ਪਹਿਲਾਂ ਕਿਹਾ ਸੀ, ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਜੀ, ਮਜੀਠੀਆ ਦਾ ਨਾਂ ਉਹਦੇ ਚ ਜੀ।
ਉਦੋਂ ਉਹਨਾਂ ਨੇ ਕੋਈ ਨਾਮ ਵਗੈਰਾ ਮੇਰੇ ਖਿਆਲ ਉਸ ਤਰ੍ਹਾਂ ਨਹੀਂ ਕਿਹਾ ਸੀ ਜਿਵੇਂ ਹੁਣ ਸਰਦਾਰਨੀ ਸਿੱਧੂ ਹੈ, ਡਾਕਟਰ ਨਵਜੋਤ ਕੌਰ ਸਿੱਧੂ। ਉਹਨਾਂ ਨੇ ਤਾਂ ਪੰਨੇ ਵੀ ਦੱਸਦੇ ਕਿ ਫਲਾਣੇ ਪੰਨੇ ਦੇ ਉੱਤੇ ਲਿਖਿਆ ਹੋਇਆ ਜੀ ਜੀ ਵੀ ਇਹ ਜਿਹੜੀ ਜੇ ਇਹਦੀ ਮਿਲੀ ਭੁਗਤ ਹੈ। ਜੇ ਇਹ ਗੱਲ ਹੈਗੀ ਹੈ, ਜੇ ਉਹ ਤੇ ਉਹ ਕਹੀ ਜਾਂਦੇ ਵੀ ਹੈਗੀ, ਤੇ ਉਧਰੋਂ ਇਹ ਗੱਲ ਨਾ ਨਿਕਲੀ। ਤੇ ਅੱਜ ਜਿਵੇਂ ਉਹਨਾਂ ਨੇ ਕਹਿ ਦਿੱਤਾ ਵੀ ਜੇ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਹੈ ਵੀ ਜੇ ਕੁਛ ਨਾ ਹੋਇਆ ਤਾਂ ਆਪੇ ਫਿਰ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ। ਇਹ ਗੱਲ ਬੜੀ ਅਖੜਦੀ ਹੈ। ਪਰ ਇਹਦੇ ਨਾਲ ਇੱਕ ਹੋਰ ਦੇਖੋ ਜੀ, ਮਜੀਠੀਆ ਕੀ ਸੱਚਮੁੱਚ ਵੀ ਇਹ ਗੁਨਾਹ ਹੈ? ਇੱਕ ਵਾਰੀ ਤੁਹਾਡੇ ਯਾਦ ਹੋਣਾ ਕਿ ਮਜੀਠੀਆ ਨਸ਼ੇ ਦੇ ਮਾਮਲਿਆਂ ਦੇ ਵਿੱਚ, ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ, ਇਹ ਕੇਜਰੀਵਾਲ ਨੇ ਗੱਲ ਕਹੀ ਸੀ, ਮੁੜ ਕੇ ਮਾਫੀ ਮੰਗੀ ਸੀ। ਕੇਜਰੀਵਾਲ ਦੇ ਖਿਲਾਫ ਉਹਨਾਂ ਨੇ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਤੇ ਉਹਨੇ ਮਾਫੀ ਮੰਗ ਕੇ ਖੜਾ ਛਡਾਇਆ। ਇੱਕ ਅੰਗਰੇਜ਼ੀ ਦਾ ਅਖਬਾਰ ਹੈ ਹਿੰਦੁਸਤਾਨ ਟਾਈਮਸ। ਜੀ ਜੀ, ਹਿੰਦੁਸਤਾਨ ਟਾਈਮਸ ਦੇ ਵਿੱਚ ਖਬਰ ਲੱਗੀ ਸੀ, ਉਹੀ ਬਿਆਨ ਲੱਗਿਆ ਸੀ ਕਿ ਇਸ ਦਾ ਮਜੀਠੀਆ ਦਾ ਪੱਖ ਹੀ ਨਹੀਂ ਸੀ। ਹਿੰਦੁਸਤਾਨ ਟਾਈਮਸ ਨੇ ਬਾਅਦ ਦੇ ਵਿੱਚ ਉਸੇ ਖਬਰ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਜੀ। ਇਹੋ ਜਿਹੀ ਖਬਰ ਹੀ ਟ੍ਰਿਬਿਊਨ 'ਚ ਵੀ ਲੱਗੀ ਸੀ। ਟ੍ਰਿਬਿਊਨ ਵੀ ਇਸ ਖਿੱਤੇ ਦਾ ਵੱਡਾ ਅਖਬਾਰ, ਬਿਲਕੁਲ। ਟ੍ਰਿਬਿਊਨ ਨੇ ਵੀ ਮਾਫੀ ਮੰਗੀ। ਹੁਣ ਕੇਜਰੀਵਾਲ ਵੀ ਮਾਫੀ ਮੰਗ ਚੁੱਕਾ ਹੈ, 2 ਅਖਬਾਰ ਮਾਫੀ ਮੰਗ ਚੁੱਕੇ ਹੈ ਕਿ ਜੀ ਮਜੀਠੀਆ ਦੇ ਖਿਲਾਫ ਕੁਛ ਹੈ ਨਹੀਂ। ਤੇ ਸਿੱਧੂ ਸਾਹਿਬ ਨੇ ਅੱਜ ਕਹਿਤਾ ਜੇ ਨਾ ਕੁਛ ਹੋਇਆ ਤਾਂ ਇਹ ਹੁਣ ਹੈ ਕੀ ਜੀ, ਇਹ ਤਾਂ ਕੁਛ ਪਤਾ ਨਹੀਂ ਲੱਗਦਾ। ਪਰ ਅਗਲੀ ਗੱਲ ਜਿਹੜੀ ਹੈਗੀ ਹੈ, ਤੁਸੀਂ ਦੇਖ ਲਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਇਹ ਤਾਂ ਖੈਰ ਮੈਂ ਦੱਸ ਦਿੰਦਾ ਜੀ ਕਿ ਬਾਦਲ ਸਾਹਿਬ ਦੀ ਪੰਜਾਬ ਦੀ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹਦੇ ਤੇ ਪਕੜ ਮਜ਼ਬੂਤ ਹੈ ਜੀ। ਕਿਉਂਕਿ ਉਹ ਕਹਿੰਦੇ ਜੀ ਸਾਨੂੰ ਪਤਾ ਲੱਗ ਗਿਆ ਸੀ। ਇੱਕ ਉਹਨਾਂ ਦੀ ਪਹਿਲਾਂ ਸਟੇਟਮੈਂਟ ਆਈ ਸੀ ਕਿ ਜੀ ਰਾਜ ਭਵਨ ਦੇ ਵਿੱਚ ਇੱਕ ਗੈਸਟ ਹਾਊਸ ਹੈ, ਹਾਂਜੀ, ਉੱਥੇ ਮੀਟਿੰਗ ਹੋਈ ਹੈ, ਜਿਸ ਮੀਟਿੰਗ ਦੇ ਵਿੱਚ ਕਹਿੰਦੇ ਰਣਵੀਰ ਸਿੰਘ ਖੱਟੜਾ ਵੀ ਸੀ। ਉਹਦੇ ਵਿੱਚ ਕਹਿੰਦੇ ਮੈਨੂੰ ਜਿਹੜਾ ਹੈਗਾ ਮੇਰੇ ਤੇ ਕੇਸ ਦਰਜ ਕਰਨ ਦਾ ਫੈਸਲਾ ਕੀਤਾ ਗਿਆ ਸੀ ਕਿ ਕੋਈ ਝੂਠਾ ਸੱਚਾ ਗਵਾਹ ਬਣਾ ਲਓ ਜੀ ਜੀ। ਉਹ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ ਸੀ, ਸਰਕਾਰ ਦੀ ਗੱਲ ਉੱਥੇ ਧਰੀ ਧਰਾਈ ਰਹਿ ਗਈ। ਹੁਣ ਦੁਬਾਰਾ ਫਿਰ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਜੀ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਫਿਰ ਕਿਆ ਕਹਿੰਦੇ ਜੀ ਹੁਣ ਸੁਖਬੀਰ ਸਿੰਘ ਬਾਦਲ ਵਾਲੇ ਪਾਸੇ ਦਾ, ਕਿਉਂਕਿ ਉਹਨਾਂ ਦਾ ਫਲੋਪ ਹੋ ਗਿਆ ਕੰਮ, ਤੇ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨਗੇ ਜੀ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨਗੇ ਤੇ ਸਾਰੀ ਕੋਰ ਕਮੇਟੀ ਉੱਠ ਕੇ ਤੁਰ ਪਈ। ਕਹਿੰਦੇ ਜੀ ਮੁੱਖ ਮੰਤਰੀ ਦੇ ਘਰੇ ਜਾਣੇ ਅਸੀਂ, ਕਹਿੰਦੇ ਸਾਨੂੰ ਗ੍ਰਿਫਤਾਰ ਕਰ ਲਓ। ਦਾਨੇਵਾਲੀਆ ਸਾਹਿਬ, ਆ ਬੜੀ ਮੈਨੂੰ ਅਜੀਬ ਜੀ ਗੱਲ ਲੱਗੀ। ਇਹ ਉਹ ਅਕਾਲੀ ਦਲ ਹੈ ਜੀ ਜਿਹੜੇ ਅਕਾਲੀ ਦਲ ਨੇ ਗੁਰਦੁਆਰਾ ਪ੍ਰਬੰਧ ਨੂੰ ਸਿੱਖਾਂ ਦੇ ਹਵਾਲੇ ਕਰਨ ਵਾਸਤੇ ਮੂਵਮੈਂਟ ਚਲਾਈ ਸੀਗੀ, ਔਰ ਨਤੀਜਾ ਹੋਇਆ ਸੀ ਕਿ 1925 ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਵਾਸਤੇ ਜੀ ਭਾਰਤ ਦੀ ਪਾਰਲੀਮੈਂਟ, ਅੰਗਰੇਜ਼ਾਂ ਵਾਲੀ ਪਾਰਲੀਮੈਂਟ ਨੇ ਇੱਕ ਕਾਨੂੰਨ ਬਣਾਇਆ ਸੀ ਜੀ। ਇਹ ਉਹੀ ਅਕਾਲੀ ਦਲ ਹੈ ਜਿਹਨੇ ਜੰਗੇ ਆਜ਼ਾਦੀ ਦੇ ਵਿੱਚ ਭਾਗ ਲਿਆ। ਇਹ ਉਹੀ ਅਕਾਲੀ ਦਲ ਹੈ ਜਿਸ ਅਕਾਲੀ ਦਲ ਨੇ ਜੀ ਆਪਣਾ ਪੰਜਾਬੀ ਸੂਬੇ ਦਾ ਮੋਰਚਾ ਲੜਿਆ। ਤੇ ਇਹ ਉਹੀ ਅਕਾਲੀ ਦਲ ਹੈ ਜਿਹਨੇ ਐਮਰਜੈਂਸੀ ਦੀ ਜਿਹੜੀ ਗੈਰ ਜਮਹੂਰੀ ਮਾਰ ਸੀ ਉਹਦੇ ਖਿਲਾਫ 19 ਮਹੀਨੇ ਮੋਰਚਾ ਲਾਇਆ। ਹੋਰ ਕਿਸੇ ਪੋਲੀਟੀਕਲ ਪਾਰਟੀ ਨੇ ਮੋਰਚਾ ਨਹੀਂ ਲਾਇਆ ਸੀ। ਤੇ ਅੱਜ ਉਹ ਅਕਾਲੀ ਦਲ ਕਿਹੜੇ ਰਾਹ ਪੈ ਗਿਆ ਜੀ? ਕਹਿੰਦੇ ਜੀ ਸਾਡੇ ਕਿਤੇ ਆ ਰਿਸ਼ਤੇਦਾਰ ਸਾਹਿਬ ਹੈ, ਇਹਨਾਂ ਨੂੰ ਨਾ ਫੜ ਲੈਣ, ਆਓ ਕਹਿੰਦੇ ਆਪਾਂ ਚੱਲੀਏ ਜੀ ਗਵਰਨਰ ਸਾਹਿਬ, ਆਪਣਾ ਮੁੱਖ ਮੰਤਰੀ ਨੂੰ ਆਪਣੇ ਆਪ ਨੂੰ ਪੇਸ਼ ਕਰਦੇ ਹਾਂ। ਤੇ ਦਾਨੇਵਾਲੀਆ ਸਾਹਿਬ ਪਿਛਲੇ ਦਿਨਾਂ ਦਾ ਰਿਕਾਰਡ ਦੇਖੋ ਕੱਢ ਕੇ ਜੀ। MLA ਹੋਸਟਲ ਸਾਰੇ ਇਕੱਠੇ ਹੋਏ, ਤੁਰ ਪਏ। ਪਹਿਲਾਂ ਤਾਂ ਜਿੱਥੇ MLA ਹੋਸਟਲ ਵਾਲਾ ਪੈਟਰੋਲ ਪੰਪ ਹੈ ਜੀ, ਇੱਕ ਤਾਂ ਬੈਰੀਕੇਡ ਉੱਥੇ ਲੱਗਿਆ ਹੁੰਦਾ, ਅੱਛਾ ਜੀ, ਉਹ ਤੋੜਤਾ ਜੀ। ਦੂਜਾ ਜਿਹੜਾ ਹੈਗਾ ਜਿੱਥੇ ਆਪਣਾ CM ਹਾਊਸ ਨੂੰ ਜਾਂਦੀ ਹੈ ਸੜਕ, ਉਹ ਤੋੜਤਾ, ਉਹ ਵੀ ਤੋੜਤਾ, ਉਹ ਵੀ ਪਾਸੇ ਹੋ ਗਏ। ਤੀਜੇ ਦੇ ਕੋਲੇ ਜਾ ਵੜੇ ਜੀ, ਉੱਥੇ ਜਾ ਕੇ ਉਹ ਕਹਿੰਦੇ ਜੀ ਰੁਕੋ ਰੁਕੋ ਰੁਕੋ। ਉੱਥੇ ਬੱਸਾਂ ਖੜੀਆਂ ਸੀ, ਕਿਸੇ ਨੇ ਕੋਈ ਭੰਨ ਨਹੀਂ ਕੀਤੀ, ਤੋੜ ਨਹੀਂ ਕੀਤੀ, ਆਰਾਮ ਨਾਲ ਬੱਸਾਂ 'ਚ ਬੈਠ ਕੇ ਚਲੇ ਗਏ। ਤੇ ਸ਼ਾਮ ਨੂੰ ਤਾਂ ਫਿਰ ਆਪਾਂ ਦੇਖਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਖ-ਵੱਖ TV ਚੈਨਲਾਂ ਦੇ ਉੱਤੇ ਇੰਟਰਵਿਊ ਦੇ ਰਹੇ ਸੀ। ਹੁਣ ਇਹ ਜੇ ਇਹਦੇ ਨਾਲ ਆਪਾਂ ਦੇਖੀਏ, ਆਮ ਆਦਮੀ ਪਾਰਟੀ ਵਾਲਿਆਂ ਦੇ ਪਾਣੀ ਦੀਆਂ ਵਿਛਾੜਾਂ ਮਾਰ-ਮਾਰ ਕੇ ਪੱਗਾਂ ਲਾਤੀਆਂ ਸੀ ਜੀ। ਤੇ ਜਦੋਂ ਕੁੜੀਆਂ ਮੁੰਡੇ ਜਿਹੜੇ ਕੱਚੇ ਹੈ, ਉਹ ਕਹਿੰਦੇ ਜੀ ਪੱਕੇ ਕਰ ਦਿਓ, ਤੁਸੀਂ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ, ਉਹ ਆਉਂਦੇ ਆ ਜਾਂ ਜਿਹੜੇ ਬੇਰੁਜ਼ਗਾਰ ਆ ਨੌਕਰੀਆਂ ਮੰਗਦੇ ਆ, ਤੇ ਉਹਨਾਂ ਦੇ ਮਾਰ-ਮਾਰ ਕੇ ਡਾਂਗਾ ਭੌਰੀਆਂ ਪਾ ਦਿੰਦੇ ਆ, ਹੱਡੀਆਂ ਟੁੱਟ ਜਾਂਦੀਆਂ। ਉਹਨਾਂ ਨੂੰ ਉਹਨਾਂ ਪ੍ਰਤੀ ਇਹਨਾਂ ਪ੍ਰਤੀ ਕੀ ਇਹਦਾ ਰਲ ਮਿਲ ਕੇ ਜੇ ਖੇਡਣ ਵਾਲੀ ਗੱਲ ਹੈ ਨਹੀਂ ਵੀ ਤੁਸੀਂ ਅਸੀਂ ਚਮ ਗਿੱਦੜਾਂ ਦੇ ਆਏ ਪ੍ਰਾਹੁਣੇ ਤੇ ਕਿੱਥੇ ਜਿੱਥੇ ਹਮ ਲਮਕੇ ਉੱਥੇ ਤੁਮ ਲਮਕੇ, ਕਹਿੰਦੇ ਵੀ ਇਹੋ ਜਿਹੀ ਹਾਲਤ ਬਣੀ ਪਈ ਹੈ। ਇਹ ਜਾ ਕਿਹੜੇ ਪਾਸੇ ਨੂੰ ਰਹੀ ਹੈ ਗੱਲ ਜੀ? ਕੁੱਲ ਮਿਲਾ ਕੇ ਜੇ ਆਪਾਂ ਦੇਖੀਏ, ਇਹ ਮੈਨੂੰ ਤਾਂ ਇਹ ਲੱਗਦੀ ਆ ਵੀ ਆ ਭੰਬਲ ਭੂਸੇ ਦੇ ਵਿੱਚ ਹੀ ਰਹਿ ਜਾਣਾ ਸਾਰਾ ਕੰਮ। ਜਿਵੇਂ ਜਿਹੋ ਜਿਹੀ ਪੋਲੀਟਿਕਸ ਹੋਈ ਪਈ ਹੈ ਵੀ ਚਲੋ ਠੀਕ ਆ, ਆਪੋ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਸੇਕੋ। ਕੈਪਟਨ ਅਮਰਿੰਦਰ ਸਿੰਘ ਨੂੰ ਘਰੇ ਭੇਜਤਾ, ਉਹਦੀ ਥਾਂ ਤੇ ਚੰਨੀ ਸਾਹਿਬ ਬਣ ਗਏ ਮੁੱਖ ਮੰਤਰੀ, ਰੰਧਾਵਾ ਸਾਹਿਬ ਬਣ ਗਏ ਗ੍ਰਹਿ ਮੰਤਰੀ। ਰੰਧਾਵਾ ਸਾਹਿਬ ਆ ਜਿਹੜੇ ਕਹਿੰਦੇ ਸੀਗੇ ਵਿਜੀਲੈਂਸ ਵਾਲੇ ਤਾਂ ਸੈਣੀ ਦੇ ਗੇਟ ਦੇ ਉੱਤੇ ਡੰਡੇ ਮਾਰ ਕੇ ਮੁੜਿਆ, ਤੇ ਮੈਂ ਹੁੰਦਾ
ਤਾਂ ਤੇ ਮੈਂ ਮੈਂ ਕਰ ਤਾਂ ਦਿੰਦਾ। ਗਲ ਫੜ ਕੇ ਲੈ ਕੇ ਆਉਂਦਾ, ਕੰਧ ਟੱਪ ਜਾਂਦਾ। ਹੁਣ ਉਹ ਗ੍ਰਹਿ ਮੰਤਰੀ ਹੈ, ਹੁਣ ਕੋਈ ਕੰਧ ਵੀ ਨਹੀਂ ਟੱਪੀ ਕੰਧ ਜਾਂਦੀ। ਸੈਣੀ ਵਾਲੀ ਤਾਂ ਫਿਰ ਵੀ ਬੜਾ ਪ੍ਰੋਟੈਕਟ ਹੀ ਹੈ। ਕੰਧ ਤਾਂ ਹੁਣ ਕਿ ਆਪਦੇ ਗੁਆਂਢ 'ਚ ਨਹੀਂ ਟੱਪੀ ਨਹੀਂ ਜੀ ਜਾਂਦੀ। ਬਿਲਕੁਲ ਸਿਆਣੀ ਗੱਲ, ਬਹੁਤ ਔਖਾ ਜੀ। ਢਿੱਲੋਂ ਸਾਹਿਬ ਗੱਲ ਪਤਾ ਕੀ ਹੁੰਦੀ ਆ, ਬਾਹਰ ਖੜ ਕੇ ਲਲਕਾਰੇ ਮਾਰਨੇ ਬੜੇ ਔਖੇ। ਜਿਵੇਂ ਉਹ ਮੈਚ ਨਹੀਂ ਖੇਡਦੇ ਹੁੰਦੇ ਅੰਦਰ ਪਲੇਅਰ, ਤੇ ਬਾਹਰ ਬੈਠੇ ਵਾਲੇ ਉਹੀ ਤਿੰਗੀ ਜਾਂਦੇ ਆ, ਰੌਲਾ ਪਾਈ ਜਾਂਦੇ ਆ, ਤੇ ਕਹਿੰਦਾ ਆਏ ਨਹੀਂ ਮਾਰੀ ਹਿੱਟ, ਤੂੰ ਆਏ ਨਹੀਂ ਮਾਰੀ। ਤੇ ਜੇ ਉਹਨੂੰ ਕੋਈ ਬੱਲਾ ਫੜਾ ਦੇ ਤੇ ਮੇਰੇ ਵਰਗੇ ਤਾਂ ਆਏ ਨਹੀਂ ਆਉਂਦਾ ਵੀ ਸਾਹਮਣੇ ਬਾਲ ਆਉਂਦੀ ਦੇਖ ਕੇ ਤੇ ਵਿਕਟਾਂ ਛੱਡ ਕੇ ਭੱਜ ਜਾਂਦੇ। ਬਿਲਕੁਲ ਜੀ, ਬਿਲਕੁਲ। ਸੋ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਫਿਰ ਮੁਲਾਕਾਤ ਹੋਏਗੀ। ਸ਼ਵਿੰਦਰ ਜੀ ਸਾਡੇ ਨਾਲ ਜੁੜਨਗੇ ਤੇ ਫਿਰ ਡਾਕਟਰ ਸ਼ਿੰਦਰ ਕੌਰ ਹੋ ਰਹੀ।